ਨਮਸਕਾਰ, ਤੁਸੀਂ ਦੇਖ ਰਹੇ ਹੋ FYI ਮੀਡੀਆ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਬਿਜ਼ਨਸ ਕਨੈਕਟ ਦੇ ਵਿੱਚ ਸਵਾਗਤ ਹੈ। ਤੇ ਅੱਜ ਗੱਲ ਕਰਾਂਗੇ PCHS ਬਾਰੇ। ਬਹੁਤ ਸਾਰਿਆਂ ਨੂੰ ਇਸ ਆਰਗੇਨਾਈਜੇਸ਼ਨ ਬਾਰੇ ਬਾਖੂਬੀ ਪਤਾ ਹੈ ਤੇ ਇਸ ਦੀਆਂ ਸੇਵਾਵਾਂ ਬਾਰੇ ਵੀ, ਪਰ ਸੰਖੇਪ ਚ ਦੱਸਾਂ ਤਾਂ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ PCHS was founded on July 5th, 1990 and was incorporated as a not-for-profit community-based agency on October 25, 1995, and it became a registered charitable organization on April 1st, 2010. So ਅੱਜ ਇਹਨਾਂ ਨੂੰ ਵਧਾਈਆਂ ਦੇਣੀਆਂ ਵੀ ਬਣਦੀਆਂ ਕਿ ਅੱਜ 1 ਅਪ੍ਰੈਲ ਵੀ ਹੈ ਕਿ ਹੁਣ ਇੰਨੇ ਸਾਲ ਹੋ ਗਿਆ, ਲਗਭਗ ਜੇ ਅਸੀਂ ਕਾਊਂਟ ਕਰੀਏ ਤਾਂ 11 ਸਾਲ ਜਿਹੜੀ ਉਹ ਚੈਰੀਟੇਬਲ ਆਰਗੇਨਾਈਜੇਸ਼ਨ ਬਣੇ ਨੂੰ ਹੋ ਗਏ ਨੇ। ਹੁਣ ਡੇ ਬਾਏ ਡੇ ਇਹ ਆਰਗੇਨਾਈਜੇਸ਼ਨ ਗਰੋ ਕਰ ਰਹੀ ਹੈ, ਜਿੱਥੇ ਸੀਨੀਅਰਸ, ਵਿਮਨਸ, ਯੂਥ, ਪੇਰੈਂਟਸ ਦੇ ਲਈ ਸੈਮੀਨਾਰ, ਮੈਂਟਲ ਹੈਲਥ, ਐਡਿਕਸ਼ਨ, ਰੇਸਿਜ਼ਮ, ਹੈਲਥ ਪ੍ਰੋਜੈਕਟਸ, ਵਾਇਲੈਂਸ ਵਰਗੇ ਵਿਸ਼ਿਆਂ ਤੇ ਜਾਗਰੂਕ ਕੀਤਾ ਜਾਂਦਾ ਹੈ। ਤੇ ਹੁਣ ਇਸ ਕੋਵਿਡ ਸਮੇਂ ਵੀ ਕਮਿਊਨਿਟੀ ਦੀ ਹੈਲਪ ਤੋਂ ਇਲਾਵਾ ਕਈ ਪ੍ਰੋਜੈਕਟਸ ਰਨ ਕੀਤੇ ਜਾ ਰਹੇ ਨੇ ਤੇ ਇਹਨਾਂ ਕੁਝ ਕਿਸੇ ਵੀ ਇਨੀਸ਼ੀਏਟਿਵ ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ। ਇਸ ਆਰਗੇਨਾਈਜੇਸ਼ਨ ਦੇ ਫਾਊਂਡਰ ਤੇ CEO ਜੋ ਪਿਛਲੇ 45 ਸਾਲ ਤੋਂ ਜ਼ਿਆਦਾ ਤੋਂ ਸੋਸ਼ਲ ਵਰਕ ਦੇ ਫੀਲਡ ਵਿੱਚ ਨੇ ਤੇ 28 ਸਾਲ ਤੋਂ ਜ਼ਿਆਦਾ ਤੋਂ ਸਾਊਥ ਏਸ਼ੀਅਨਸ ਨੂੰ ਅਬਿਊਜ਼, ਫੈਮਿਲੀ ਵਾਇਲੈਂਸ ਵਰਗੇ ਮੁੱਦਿਆਂ ਤੇ ਅਵੇਅਰ ਵੀ ਕਰ ਰਹੇ ਨੇ। And he received many community awards for his work on equity, community development, diversity, management and organizational change. ਤੇ ਇਸ ਤੋਂ ਪਹਿਲਾਂ ਮੇਰੀ ਲਿਸਟ ਹੋਰ ਲੰਬੀ ਹੋ ਜਾਏ ਤੇ ਉਹਨਾਂ ਨਾਲ ਆਪਾਂ ਗੱਲਬਾਤ ਹੀ ਕਰ ਲੈਂਦੇ ਹਾਂ ਤੇ ਜਾਣਦੇ ਹਾਂ ਉਹਨਾਂ ਦੇ ਨਵੇਂ ਪ੍ਰੋਜੈਕਟਸ ਨੂੰ, ਕੋਵਿਡ ਨੇ ਕੀ ਇਫੈਕਟ ਪਾਇਆ, ਹੋਰ ਬਹੁਤ ਕੁਝ ਜਾਣਦੇ ਹਾਂ। ਹੀ ਇਜ਼ ਨਨ ਅਦਰ ਦੈਨ ਮਿਸਟਰ ਬਲਦੇਵ ਮੁੱਤਾ। ਆਓ ਸਵਾਗਤ ਕਰਦੇ ਹਾਂ। ਸੋ ਮਿਸਟਰ ਮੁੱਤਾ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਰਸ਼ਦੀਪ ਜੀ, ਤੁਹਾਨੂੰ ਵੀ ਆਪਣੇ ਸਾਰੇ ਲਿਸਨਰਸ ਨੂੰ ਵੀ ਮੇਰੀ ਦੋਨੋਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ। ਕਿਵੇਂ ਹੋ ਜੀ? ਸਭ ਤੋਂ ਪਹਿਲਾਂ ਕੀ ਹਾਲ ਚਾਲ? ਹਾਲ ਚਾਲ ਠੀਕ ਆ ਜੀ। ਮੈਂ ਹੁਣ ਇੱਕ ਕਿਸਮ ਦਾ ਘਰ ਦੇ ਅੰਦਰ ਹੀ ਸੀਮਤ ਹਾਂ ਅੱਜ ਕੱਲ। ਵਰਕ ਫਰਮ ਹੋਮ ਹੋ ਰਿਹਾ। ਹਾਂਜੀ, ਤੇ ਵੈਸੇ ਮੈਂ ਲੱਕੀ ਵੀ ਬਹੁਤ ਹਾਂ ਆਪਣੀ ਜ਼ਿੰਦਗੀ ਦੇ ਵਿੱਚ। ਮੈਨੂੰ ਮੁਹੱਬਤਾਂ ਵੀ ਆਪਣੀ ਕਮਿਊਨਿਟੀ ਨੇ ਵੀ ਬਹੁਤ ਦਿੱਤੀਆਂ, ਮੇਰੀ ਆਪਣੀ ਫੈਮਿਲੀ ਵੱਲੋਂ ਵੀ ਆ। ਤੇ ਸੋ ਮੇਰੇ ਕੋਲੇ ਹਰ ਹਫਤੇ ਮੇਰੇ 3 ਗ੍ਰੈਂਡ ਚਿਲਡਰਨ ਆ ਜਾਂਦੇ ਆ ਤੇ ਉਹਨਾਂ ਨਾਲ ਮੇਰਾ ਸਟ੍ਰੈਸ ਰਿਲੀਵ ਹੋ ਜਾਂਦਾ ਜਦੋਂ ਸ਼ਰਾਰਤਾਂ ਕਰਦੇ ਆ। ਸੋ ਰਲ ਮਿਲ ਕੇ ਇਟਸ ਗੁੱਡ। ਆਪਾਂ ਨੂੰ ਮੁਸ਼ਕਲਾਂ ਤਾਂ ਆਉਂਦੀਆਂ, ਪਰ ਐਜ਼ ਹਿਊਮਨ ਬੀਇੰਗਸ ਜੇ ਆਪਾਂ ਰਲ ਕੇ ਥੋੜ੍ਹੀ ਬਹੁਤੀ ਆਪਾਂ ਸਮਝਦਾਰੀ ਵਰਤੀਏ, ਥੋੜ੍ਹਾ ਜਿਹਾ ਸੇਫਟੀ ਪ੍ਰੀਕਾਸ਼ਨਸ ਲਈਏ, ਤਾਂ ਫਿਰ ਔਖਾ ਟਾਈਮ ਵੀ ਹੌਲੀ ਹੌਲੀ ਕਰਕੇ ਨਿਕਲ ਹੀ ਜਾਂਦਾ। ਮਿਸਟਰ ਮੁੱਤਾ, ਬਹੁਤ ਸਾਰੇ ਸਬਜੈਕਟਸ ਹੈਗੇ ਨੇ ਜਿਨ੍ਹਾਂ ਤੇ ਮੈਂ ਚਾਹੁੰਦੀ ਹਾਂ ਕਿ ਤੁਹਾਡੇ ਨਾਲ ਗੱਲ ਕੀਤੀ ਜਾਵੇ, ਪਰ ਆਪਾਂ ਸਟੈਪ ਬਾਏ ਸਟੈਪ ਕਰਾਂਗੇ। ਤੁਹਾਡੇ ਨਾਲ ਹੋਰ ਮੁਲਾਕਾਤਾਂ ਕਰਨ ਦੀ ਜਿਹੜੀ ਹੈਗੀ ਹੈ ਇੱਛਾ ਹੈਗੀ ਹੈ ਮੇਰੀ। ਪਰ ਅੱਜ ਦੇ ਲਈ PCHS ਜਦੋਂ ਅਸੀਂ ਇਹਦਾ ਨਾਮ ਲੈਂਦੇ ਹਾਂ, ਇਸ ਆਰਗੇਨਾਈਜੇਸ਼ਨ ਦਾ ਨਾਮ ਲੈਂਦੇ ਹਾਂ, ਤੁਹਾਡਾ ਚਿਹਰਾ ਸਾਹਮਣੇ ਆ ਜਾਂਦਾ, ਤੁਹਾਡੇ ਮੋਟੀਵੇਸ਼ਨਲ ਵੀਡੀਓਜ਼ ਸਾਹਮਣੇ ਆ ਜਾਂਦੀਆਂ ਨੇ। ਤੇ ਇਹ ਜਦੋਂ ਬਰੈਂਪਟਨ ਤੋਂ ਸ਼ੁਰੂ ਕੀਤਾ ਤੇ ਅੱਜ ਇੰਨੇ ਸਾਲ ਹੋ ਗਏ। ਕੰਗ੍ਰੈਚੁਲੇਸ਼ਨਸ ਤਾਂ ਪਹਿਲਾਂ ਤਾਂ ਕਿ ਅੱਜ 1 ਅਪ੍ਰੈਲ ਹੈ ਤੇ 1 ਅਪ੍ਰੈਲ 2010 ਨੂੰ ਇਹ ਆਰਗੇਨਾਈਜੇਸ਼ਨ ਜਿਹੜੀ ਚੈਰੀਟੇਬਲ ਸੀਗੀ ਤੇ ਉਹ ਉਸ ਤੋਂ ਪਹਿਲਾਂ ਤੋਂ ਇਹ ਕੰਮ ਜਿਹੜੀ ਇਹ ਕਰ ਰਹੀ ਹੈਗੀ ਹੈ। ਸੋ ਇਹ ਸਫ਼ਰ ਕਿਸ ਤਰ੍ਹਾਂ ਦਾ ਰਿਹਾ, ਪਹਿਲਾਂ ਤਾਂ ਇਹ ਦੱਸੋ। ਤਕਰੀਬਨ 31 ਸਾਲ ਹੋ ਚੱਲੇ ਆ ਆਪਾਂ ਨੂੰ ਇਸ ਆਰਗੇਨਾਈਜੇਸ਼ਨ ਨੂੰ ਐਸਟੈਬਲਿਸ਼ ਕਰਨ ਦੇ ਵਿੱਚ। ਇਹਦੇ 'ਚ ਮਤਲਬ ਕਿ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਵੀ ਮਿਲੀਆਂ, ਬਹੁਤ ਸਾਰੀਆਂ ਚੀਜ਼ਾਂ ਚੈਲੰਜਿੰਗ ਵੀ ਸੀਗੀਆਂ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮਿਨਿਸਟਰੀ ਦੀਆਂ ਪੋਲਿਸੀਜ਼ ਸੀਗੀਆਂ, ਮਿਨਿਸਟਰੀ ਆਫ ਹੈਲਥ ਦੀਆਂ ਓਨਟਾਰੀਓ ਲੈਵਲ 'ਤੇ, ਉਹਨਾਂ ਨੂੰ ਵੀ ਉਹਨਾਂ ਦੇ ਨਾਲ ਵੀ ਮਤਲਬ ਕਿ ਡੀਲ ਕਰਨ ਦਾ ਮੌਕਾ ਮਿਲਿਆ, ਹੌਸਪੀਟਲਸ ਨਾਲ ਡੀਲ ਕਰਨ ਦਾ ਮੌਕਾ ਮਿਲਿਆ। ਵੈਸੇ ਹੀ ਜਨਰਲੀ ਅਕ੍ਰੋਸ ਕੈਨੇਡਾ ਆਪਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ। ਸੋ ਇੱਕ ਚੀਜ਼ ਬੜੀ ਸਾਹਮਣੇ ਉੱਭਰ ਕੇ ਆਈ ਆ, ਜਿਹੜੀ ਕਿ ਮੈਂ 1990 'ਚ ਜਦੋਂ ਪਹਿਲੀ ਵਾਰੀ ਮੈਂ ਰਿਸਰਚ ਪੇਪਰ ਪੜ੍ਹਿਆ ਆਪਣੀ ਯੂਨੀਵਰਸਿਟੀ ਆਫ ਟੋਰਾਂਟੋ ਦੀ, ਤੇ ਸੈਂਟਰ ਫਾਰ ਐਡਿਕਸ਼ਨਸ ਮੈਂਟਲ ਹੈਲਥ ਦੀ ਇੱਕ ਬਹੁਤ ਵੱਡੀ ਕਾਨਫਰੰਸ ਸੀ ਕਿ ਕੀ ਇੱਕ ਸੱਭਿਆਚਾਰ ਇਹ ਡਿਟਰਮਨ ਕਰਦਾ ਕਿ ਉਸ ਸੱਭਿਆਚਾਰ ਦੇ ਵਿੱਚ ਰਹਿੰਦੀ ਪਾਪੂਲੇਸ਼ਨ ਕਿੰਨੀ ਕੁ ਤੰਦਰੁਸਤ ਰਹਿੰਦੀ ਆ, ਤੇ ਜੇ ਉਸ ਸੱਭਿਆਚਾਰ ਦੇ ਵਿੱਚ ਰਹਿੰਦੇ ਹੋਏ ਕੋਈ ਬੰਦਾ ਬਿਮਾਰ ਹੋ ਜਾਂਦਾ, ਕੀ ਉਹਦੀ ਵਾਪਸ ਤੰਦਰੁਸਤੀ ਦੇ ਵਿੱਚ ਸੱਭਿਆਚਾਰ ਦਾ ਕੋਈ ਰੋਲ ਹੈਗਾ ਕਿ ਨਹੀਂ। ਉੱਥੋਂ ਆਪਣੀ ਸ਼ੁਰੂਆਤ ਹੋਈ ਸੀ। ਤਾਂ ਮੇਰਾ ਪੇਪਰ ਇਹ ਬੇਸਿਕਲੀ ਪੋਜੀਸ਼ਨ ਲਿੱਤੀ ਸੀ ਉਸਨੇ ਕਿ ਸੱਭਿਆਚਾਰ ਡਿਟਰਮਨ ਕਰਦਾ ਕਿ ਕਿਸ ਤਰੀਕੇ ਨਾਲ ਤੁਸੀਂ ਬਿਮਾਰ ਹੁੰਦੇ ਹੋ ਤੇ ਕਿਸ ਤਰੀਕੇ ਨਾਲ ਤੁਸੀਂ ਮੁੜ ਕੇ ਫਿਰ ਤੰਦਰੁਸਤ ਰਹਿੰਦੇ ਹੋ। ਮਿਸਾਲ ਦੇ ਤੌਰ ਤੇ ਮੈਨੂੰ ਹਜੇ ਵੀ ਚੇਤਾ, ਜਦੋਂ ਪਹਿਲੀ ਵਾਰੀ ਜਦੋਂ ਮੇਰਾ ਵਿਆਹ ਹੋਇਆ ਤੇ ਮੈਂ ਬਹੁਤ ਯੰਗ ਏਜ 'ਚ ਹੋ ਗਿਆ ਸੀ ਸਾਡਾ ਵਿਆਹ। ਮੇਰੀ ਵਾਈਫ 21 ਸਾਲ ਦੀ ਸੀ, ਮੈਂ 24 ਸਾਲ ਦਾ ਸੀਗਾ। ਸੋ ਜਦੋਂ ਸਾਡੇ ਪਹਿਲਾ ਬੇਬੀ ਹੋਇਆ
ਤੇ ਉਹ ਹਸਪੀਟਲ 'ਚ ਸੀਗੀ ਤਾਂ ਹਸਪੀਟਲ 'ਚ ਜਿਹੜੀ ਨਰਸ ਸੀ ਉਹਨੇ ਮੇਰੀ ਵਾਈਫ ਨੂੰ ਕਿਹਾ ਕਿ ਤੁਸੀਂ ਆਈਸ ਕੋਲਡ ਵਾਟਰ ਪੀਓ ਬੇਬੀ ਦੀ ਬਾਅਦ, ਡਿਲੀਵਰੀ ਤੋਂ ਬਾਅਦ। ਮੇਰੀ ਵਾਈਫ ਕਹਿੰਦੀ ਮੈਂ ਤਾਂ ਨਹੀਂ ਆਈਸ ਕੋਲਡ ਵਾਟਰ ਪੀਣਾ, ਮੈਨੂੰ ਤਾਂ ਗਰਮ ਦੁੱਧ ਲਿਆ ਕੇ ਦਿਓ। ਜੀ ਜੀ। ਅੱਛਾ, ਉਹ ਚੀਜ਼ ਮੇਰੇ ਦਿਮਾਗ ਦੇ ਵਿੱਚ ਹਜੇ ਵੀ ਸਟਕ ਕੀਤੀ ਆ ਕਿ ਨਰਸ ਆਪਣੀ ਜਗ੍ਹਾ ਤੇ ਠੀਕ ਸੀ, ਕਿਉਂਕਿ ਇਹਨਾਂ ਦੇ ਵੈਸਟਰਨ ਕੰਟਰੀ ਦੇ ਵਿੱਚ ਉਹ ਆਈਸ ਕੋਲਡ ਵਾਟਰ ਪੀਣ ਨੂੰ ਕਹਿੰਦੇ ਆ ਜੀ ਜੀ ਜੀ। ਮਮਸ ਨੂੰ। ਇੰਡੀਆ ਦੇ ਵਿੱਚ ਕਿਉਂਕਿ ਉਹ ਮੁਲਕ ਹੋਰ ਆ, ਉੱਥੋਂ ਦੀ ਸੱਭਿਅਤਾ ਹੋਰ ਆ, ਉੱਥੋਂ ਦਾ ਕਲਚਰ ਹੋਰ ਆ, ਤੇ ਆਪਣੇ ਵਿਮਨ ਨੂੰ ਦੁੱਧ ਤੇ ਮਤਲਬ ਕਿ ਉਹ ਵੀ ਉਬਲਿਆ ਹੋਇਆ ਦੁੱਧ ਤੇ ਉਹਦੇ ਵਿੱਚ ਵੀ ਘਿਓ ਪਾ ਕੇ ਦਿੰਦੇ ਆ। ਜੀ ਜੀ ਜੀ। ਹੁਣ ਦੋਨੋਂ ਕੰਟਰਾਸਟ ਦੇਖੋ, ਕਲਚਰਲ ਆ। ਉਹ ਵੀ ਠੀਕ ਕਰਨਾ ਚਾਹੁੰਦੇ ਆ, ਉਹ ਵੀ ਠੀਕ ਕਰਨਾ ਚਾਹੁੰਦੇ ਆ, ਉਹ ਵੀ ਮਦਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਆ, ਆਪਾਂ ਵੀ ਮਦਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਆ, ਲੇਕਿਨ ਵੱਖਰੋ ਵੱਖਰੀਆਂ ਅਪਰੋਚਸ ਆ। ਜਿਹੜੀ ਅਪਰੋਚ ਸੀ ਇਸਨੇ ਸਿੰਗਲ ਹੈਂਡਡਲੀ ਮੈਨੂੰ ਪ੍ਰੇਰਿਤ ਕੀਤਾ ਵੀ ਕੋਈ ਹੋਰ ਵੀ ਇਹੋ ਜਿਹੀਆਂ ਜਾਨੀ ਇਨਸੀਡੈਂਸਿਸ ਹੈਗੀਆਂ, ਕੋਈ ਅਪਰੋਚਸ ਹੈਗੀਆਂ ਜਿਹੜੀਆਂ ਤੰਦਰੁਸਤ ਕਰਦੀਆਂ। ਤੇ ਜਿਹੜੀ ਸੈਕੰਡ ਚੀਜ਼ ਮੇਰੀ ਜਾਨੀ ਸਾਹਮਣੇ ਆਈ ਉਹ ਇਹ ਸੀ ਕਿ ਮੈਂ ਆਪਣੀ ਉਦੋਂ ਮੈਨੂੰ ਮੈਂ ਹਜੇ ਆਪਣਾ ਉਹ ਸੋਸ਼ਲ ਵਰਕ ਦੀ ਡਿਗਰੀ ਤੇ ਡਿਪਲੋਮਾ ਨਹੀਂ ਸੀ ਕੀਤਾ, ਲੇਕਿਨ ਮੈਨੂੰ ਉਹ ਚੀਜ਼ ਹਜੇ ਵੀ ਚੇਤੇ ਆ। ਮੈਂ ਇੱਕ ਆਪਣੀ ਬਜ਼ੁਰਗ ਮਾਤਾ ਸੀ, ਮੈਂ ਆਪਣੀ ਬਜ਼ੁਰਗ ਮਾਤਾ ਨੂੰ ਸਕਾਈਟਰਿਸਟ ਤੇ ਲੈ ਕੇ ਗਿਆ ਕਿਉਂਕਿ ਉਹ ਨਾ ਥੋੜਾ ਜਿਹਾ ਮਤਲਬ ਕਿ ਉਦਾਸ ਬਹੁਤ ਰਹਿੰਦੀ ਸੀ ਤੇ ਉਹ ਰੋਂਦੀ ਰਹਿੰਦੀ ਸੀ ਬਿਨਾਂ ਕਿਸੇ ਗੱਲਬਾਤ ਦੀ, ਤੇ ਉਹ ਮੈਨੂੰ ਵੀ ਨਹੀਂ ਸੀ ਪਤਾ ਕਿ ਡਿਪਰੈਸ਼ਨ ਕੀ ਹੁੰਦਾ। ਪਰ ਉਹਨਾਂ ਨੇ ਕਿਉਂਕਿ ਫੈਮਿਲੀ ਡਾਕਟਰ ਨੇ ਕਿਹਾ ਤੇ ਉਹਨਾਂ ਦੇ ਜਿਹੜੇ ਬੱਚੇ ਸੀ ਉਹ ਲਿਜਾ ਨਹੀਂ ਸੀ ਸਕਦੇ, ਮੈਂ ਕਿਹਾ ਵੀ ਮੇਰੇ ਕੋਲੇ ਟਾਈਮ ਹੈਗਾ, ਮੈਂ ਚਲੋ ਲੈ ਜਾਣਾ ਇਹਨੂੰ ਸਕਾਈਟਰਿਸਟ ਦੇ। ਤੇ ਉੱਥੇ ਬੜੀ ਇੰਟਰਸਟਿੰਗ ਗੱਲਬਾਤ ਹੋਈ। ਉਹ ਸਕਾਈਟਰਿਸਟ ਮੈਨੂੰ ਕਹਿੰਦਾ ਵੀ ਮਾਤਾ ਨੂੰ ਟ੍ਰਾਂਸਲੇਟ ਕਰਕੇ ਦੱਸੋ ਵੀ ਤੁਹਾਨੂੰ ਡਿਪਰੈਸ਼ਨ ਆ, ਇਹ ਉਦਾਸ ਰਹਿੰਦੀ ਹੈ, ਇਹ ਇੱਕ ਰੋਗ ਆ, ਇਹ ਇੱਕ ਬਿਮਾਰੀ ਆ ਤੇ ਇਹ ਇਸ ਤਰ੍ਹਾਂ ਕਰਕੇ ਹੋ ਜਾਂਦੀ ਆ ਜੀ। ਮੈਂ ਮਾਤਾ ਨੂੰ ਟ੍ਰਾਂਸਲੇਟ ਕੀਤਾ, ਮਾਤਾ ਕਹਿੰਦੀ ਨਾ ਮੈਨੂੰ ਕੋਈ ਡਿਪਰੈਸ਼ਨ ਨਹੀਂ ਗਾ। ਬਿਲਕੁਲ। ਮੈਨੂੰ ਤਾਂ ਕਿਸੇ ਨੇ ਕੁਝ ਕੀਤਾ ਹੋਇਆ, ਕਿਸੇ ਦੀ ਨਜ਼ਰ ਲੱਗੀ ਹੋਈ ਆ। ਅੱਛਾ, ਮੈਂ ਹੁਣ ਉਹ ਡਾਕਟਰ ਨੂੰ ਟ੍ਰਾਂਸਲੇਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਡਾਕਟਰ ਨਹੀਂ ਸਮਝ ਰਿਹਾ ਤੇ ਡਾਕਟਰ ਦੀ ਗੱਲ ਮਾਤਾ ਜੀ ਨਹੀਂ ਸਮਝ ਰਹੇ ਜੀ ਜੀ। ਤੇ ਮੈਂ ਉਦੋਂ ਵੀ ਬੜਾ ਹੈਰਾਨ ਹੋਇਆ, ਮੈਂ ਕਿਹਾ ਯਾਰ ਵੀ ਇਸ ਦਾ ਮਤਲਬ ਤਾਂ ਫਿਰ ਬਹੁਤ ਸਾਰੇ ਲੋਕ ਐਸੇ ਹੋਣਗੇ ਜਿਹੜੇ ਡਾਕਟਰਸ ਉਹਨਾਂ ਨੂੰ ਕੁਝ ਦੱਸ ਰਹੇ ਆ ਤੇ ਜਿਹੜਾ ਪੇਸ਼ੈਂਟ ਆ ਉਹ ਕੁਝ ਹੋਰ ਸਮਝ ਰਿਹਾ, ਡਾਕਟਰ ਪੇਸ਼ੈਂਟ ਦੀ ਗੱਲ ਨਹੀਂ ਸਮਝ ਰਿਹਾ ਤੇ ਪੇਸ਼ੈਂਟ ਡਾਕਟਰ ਦੀ ਗੱਲ ਨਹੀਂ ਸਮਝ ਰਿਹਾ। ਬਸ ਇਸ ਚੀਜ਼ ਨੂੰ ਸਾਹਮਣੇ ਲੈ ਕੇ ਤੇ ਮੇਰੇ ਦਿਮਾਗ ਦੇ ਵਿੱਚ ਇੱਕ ਕਨਸੈਪਟ ਆਇਆ ਵੀ ਆਪਾਂ ਕੋਈ ਐਸੀ ਸੰਸਥਾ ਕ੍ਰੀਏਟ ਕਰੀਏ ਜਿਹੜੀ ਕਿ ਆਪਣੇ ਹਿਸਾਬ ਨਾਲ ਹੋਵੇ, ਆਪਾਂ ਸਾਇੰਟੀਫਿਕ ਤੌਰ ਤਰੀਕੇ ਵੀ ਵਰਤੀਏ, ਲੇਕਿਨ ਆਪਾਂ ਲੋਕਾਂ ਨੂੰ ਵੀ ਸੁਣੀਏ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਤੁਹਾਡੇ ਕੀ ਵਿਊਜ਼ ਆ, ਤੇ ਉਹਨੂੰ ਕਿਸੇ ਤਰੀਕੇ ਨਾਲ ਦੋਨਾਂ ਦਾ ਜਿਹੜਾ ਰਿਲੇਸ਼ਨਸ਼ਿਪ ਆ ਉਹਨਾਂ ਨੂੰ ਆਪਾਂ ਇਕੱਠੇ ਕਰੀਏ। ਸੋ ਆ ਇੱਕ ਛੋਟੇ ਲੈਵਲ ਤੇ ਹੋਰ ਵੀ ਬਹੁਤ ਸਾਰੀਆਂ, ਪਰ ਕਿਉਂਕਿ ਆਪਣੇ ਕੋਲੇ ਟਾਈਮ ਹੀ ਥੋੜਾ ਹੁੰਦਾ, ਆਪਾਂ ਥੋੜੀਆਂ ਜਿਹੀਆਂ ਮਤਲਬ ਕਿ ਇਹ ਸ਼ੁਰੂਆਤ ਹੋਈ ਅੱਜ ਤੋਂ 30-35 ਸਾਲ ਪਹਿਲਾਂ, ਜਿਹਨੇ ਪ੍ਰੇਰਿਤ ਕੀਤਾ ਕਿ ਆਪਾਂ ਇੱਕ ਆਰਗੇਨਾਈਜੇਸ਼ਨ ਬਣਾਈਏ ਜਿਹੜੀ ਆਪਣੇ ਕਲਚਰ ਨੂੰ ਸਾਹਮਣੇ ਰੱਖ ਕੇ ਔਰ ਉਹਨਾਂ ਦੇ ਜਿਹੜੀਆਂ ਕ੍ਰਿਟੀਕਲ ਜਿਹੜੀਆਂ ਉਹਨਾਂ ਦੀਆਂ ਲੋੜਾਂ ਉਹਨਾਂ ਨੂੰ ਪੂਰੀਆਂ ਕਰ। ਮਿਸਟਰ ਮੁੰਤਾ, ਜਿੱਦਾਂ ਕਹਿੰਦੇ ਹੁੰਦੇ ਨਾ, ਫੈਮਿਲੀ ਤੋਂ ਤੇ ਆਪਣੇ ਆਪ ਤੋਂ ਕਿਸੇ ਚੰਗੀ ਚੀਜ਼ ਦੀ ਸ਼ੁਰੂਆਤ ਹੁੰਦੀ ਹੈ। ਸੋ ਅਸੀਂ ਪਹਿਲਾਂ ਖੁਦ ਨੂੰ ਦੇਖਦੇ ਹਾਂ, ਸਾਡੀ ਫੈਮਿਲੀ ਦੇ ਵਿੱਚ ਕੀ ਹੋ ਰਿਹਾ, ਸਾਡੇ ਆਸ-ਪਾਸ ਦੇ ਵਿੱਚ ਕੀ ਹੋ ਰਿਹਾ, ਉਹਨੂੰ ਅਬਜ਼ਰਵ ਕਰਕੇ ਸਾਨੂੰ ਲੱਗਦਾ ਹੈ ਕਿ ਜੇ ਸਾਡੇ ਘਰ 'ਚ ਹੋ ਰਿਹਾ, ਸਾਡੇ ਨਾਲ ਹੋ ਰਿਹਾ, ਤਾਂ ਸਾਡੀ ਕਮਿਊਨਿਟੀ ਦੇ ਵਿੱਚ ਵੀ ਅਫਕੋਰਸ ਹੋ ਰਿਹਾ ਹੋਣਾ। ਸਾਡੀ ਇੱਕ ਤਰਾਸਦੀ ਵੀ ਹੈਗੀ ਹੈ ਕਿ ਜੇ ਡਿਪਰੈਸ਼ਨ ਹੈਗਾ ਆ ਜਾਂ ਕੋਈ ਵਾਇਲੈਂਸ ਹੈਗੀ ਹੈ, ਅਸੀਂ ਦੱਸਦੇ ਨਹੀਂ ਕਿਸੇ ਨੂੰ। ਸਾਨੂੰ ਲੱਗਦਾ ਹੈ ਕਿ ਦੂਜਾ ਕੀ ਸੋਚੂਗਾ, ਸਮਾਜ ਵਾਲੇ ਕੀ ਸੋਚਣਗੇ, ਦੂਜੀ ਸੁਸਾਇਟੀ ਵਾਲੇ ਕੀ ਸੋਚਣਗੇ। ਜੇ ਕਿਸੇ ਨੂੰ ਕਹਿ ਦੋ ਡਿਪਰੈਸ਼ਨ ਹੈ ਤਾਂ ਕਹਿ ਦੂਗਾ ਕਿ ਸਾਨੂੰ ਤਾਂ ਸ਼ਾਇਦ ਕਮਲਾ ਕਹਿ ਰਹੇ ਨੇ, ਪਾਗਲ ਕਹਿ ਰਹੇ ਨੇ। ਸੋ ਇਹ ਜਿਹੜੀ ਮੈਂਟਲ ਦੀ ਸਟੇਟਸ ਹੈਗਾ ਨਾ, ਇਹਨੂੰ ਚੇਂਜ ਕਰਨ ਦੀ ਲੋੜ ਹੈ, ਮੈਨੂੰ ਲੱਗਦਾ ਕਿਤੇ ਨਾ ਕਿਤੇ। ਜੀ, ਇੱਕ ਮੇਰੇ ਖਿਆਲ 'ਚ ਇਹ ਵੀ ਹੈਗਾ, ਇੱਕ ਆਪਾਂ ਕੁਦਰਤੀ ਤੌਰ ਤੇ ਜਿਹੜਾ ਮਤਲਬ ਕਿ ਵੈਸਟਰਨ ਸਿਵਲਾਈਜੇਸ਼ਨ ਦਾ ਜਿਹੜਾ ਫਿਲੋਸੋਫੀਕਲ ਐਸਪੈਕਟ ਆ ਜ਼ਿੰਦਗੀ ਦਾ, ਇਹਨਾਂ ਨੇ ਪ੍ਰੈਡੋਮੀਨੈਂਟਲੀ ਇਕਨੋਮਿਕ ਨੂੰ ਬਣਾਇਆ ਹੋਇਆ। ਇਹ ਮਤਲਬ ਕਿ ਤਕਰੀਬਨ 4000 ਸਾਲ ਪਹਿਲਾਂ ਇਹ ਸੋਕਰੇਟਿਸ ਦਾ ਖਿਆਲ ਸੀ ਕਿ ਜੇ ਪਾਪੂਲੇਸ਼ਨ ਨੂੰ ਅਸੀਂ ਆਰਥਿਕ ਤੌਰ ਤੇ ਉੱਚਾ ਚੱਕੀਏ ਤਾਂ ਫਿਰ ਗਰੀਬੀ ਨਾ ਨਹੀਂ ਹੋਊਗੀ, ਤਾਂ ਫਿਰ ਸਾਰੇ ਦੇ ਸਾਰੇ ਤੰਦਰੁਸਤ ਰਹਿਣਗੇ।
ਜਦੋਂ ਆਪਾਂ ਅੱਜ ਦੇ ਜ਼ਮਾਨੇ ਦੇ ਵਿੱਚ ਦੇਖਦੇ ਹਾਂ ਤੇ ਜਿਹੜੀ ਪੱਛਮ ਸਭਿਅਤਾ ਜਿਹੜੀ ਕਿ ਤਕਰੀਬਨ ਰੀਜ਼ਨੇਬਲੀ ਵੈਲ ਆਫ ਆ, ਲੇਕਿਨ ਸਾਰਿਆਂ ਨਾਲੋਂ ਜ਼ਿਆਦਾ ਜਿਹੜੀ ਮੈਂਟਲ ਇਲਨੈਸਿਸ ਆ, ਮੈਂਟਲ ਰਿਲੇਟਡ ਜਾਨੀ ਹੈਲਥ ਇਸ਼ੂਜ਼ ਆ, ਉਹ ਸਾਰਿਆਂ ਨਾਲੋਂ ਜ਼ਿਆਦਾ ਪੱਛਮੀ ਸਭਿਅਤਾ 'ਚ ਆ ਰਾਦਰ ਦੈਨ ਪੂਅਰ ਕੰਟਰੀਜ਼ ਦੇ ਵਿੱਚ। ਸੋ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਕੀ ਹੋ ਜਾਂਦਾ ਕਿ ਤੁਹਾਡੇ ਕੋਲੇ ਰੋਟੀ ਵੀ ਹੈਗੀ ਆ, ਤੁਹਾਡੇ ਕੋਲੇ ਰੈਂਟ ਦਾ ਵੀ ਕੋਈ ਫਿਕਰ ਨਹੀਂ, ਤੁਹਾਡੇ ਕੋਲੇ ਸਾਰਾ ਕੁਝ ਹੈਗਾ, ਲੇਕਿਨ ਤੁਸੀਂ ਡਿਪਰੈਸਡ ਹੋ, ਤੁਸੀਂ ਸੈਟਿਸਫਾਈਡ ਨਹੀਂ ਗੇ ਜ਼ਿੰਦਗੀ 'ਚ, ਤੇ ਤੁਸੀਂ ਮਤਲਬ ਕਿ ਉਦਾਸ ਫਿਰਦੇ ਹੋ, ਤੁਸੀਂ ਕੰਟੈਂਟ ਨਹੀਂ ਗੇ ਆਪਣੀ ਜ਼ਿੰਦਗੀ 'ਚ। ਉਹ ਜਿਹੜਾ ਮੇਰਾ ਖਿਆਲ 'ਚ ਡਿਸਕਨੈਕਟ ਹੈਗਾ ਬਿਟਵੀਨ ਈਸਟਰਨ ਸਿਵਲਾਈਜੇਸ਼ਨਸ ਐਂਡ ਵੈਸਟਰਨ ਸਿਵਲਾਈਜੇਸ਼ਨਸ, ਤੇ ਉਹਦਾ ਜਿਹੜਾ ਮੀਡੀਅਮ ਆ ਉਹਨੂੰ ਮੇਰਾ ਖਿਆਲ 'ਚ ਸਾਹਮਣੇ ਲਿਆਉਣਾ ਬਹੁਤ ਜ਼ਰੂਰੀ ਆ ਜੇ ਆਪਾਂ ਇੱਕ ਤੰਦਰੁਸਤ ਸੁਸਾਇਟੀ ਦੀ ਕ੍ਰੀਏਸ਼ਨ ਕਰਨੀ ਆ। ਜੀ, ਸੋ ਮਿਸਟਰ ਬੁੱਧਾ, ਜਿੱਦਾਂ ਹੁਣ ਤੰਦਰੁਸਤ ਸੁਸਾਇਟੀ ਜ਼ਰੂਰ ਚਾਹੀਦੀ ਹੈਗੀ ਆ, ਸਾਨੂੰ ਜਿਹੜਾ ਇਹ ਡਿਸਕਨੈਕਸ਼ਨ ਡਿਸਕਨੈਕਟ ਹੋਏ ਆ, ਕਨੈਕਟ ਕਰਨ ਦੀ ਲੋੜ ਹੈਗੀ ਆ, ਤੇ PCH ਕਿਵੇਂ ਹੈਲਪ ਕਰਦਾ ਕਮਿਊਨਿਟੀ ਨੂੰ? ਜੀ, ਇੱਕ ਤਾਂ ਮਤਲਬ ਕਿ ਦੋ ਤਰੀਕੇ ਨਾਲ ਆ। ਇੱਕ ਤਾਂ ਐਜੂਕੇਸ਼ਨ ਰਿਲੇਟਡ ਆ, ਜਾਨੀ ਮੇਰਾ ਬਹੁਤ ਜ਼ਿਆਦਾ ਟਾਈਮ ਲੱਗਦਾ ਲੋਕਾਂ ਦੇ ਨਾਲ ਕ੍ਰਿਟੀਕਲ ਡਾਇਲੋਗ ਕਰਨਾ ਕਿ ਤੁਸੀਂ ਪਲੀਜ਼ ਜਿਹੜੀਆਂ ਤੁਹਾਡੀਆਂ ਆਪਣੇ ਵਿਊ ਪੁਆਇੰਟਸ ਆ ਜ਼ਿੰਦਗੀ ਜਿਉਣ ਬਾਰੇ, ਉਹਨਾਂ ਦਾ ਪੈਰਾਡਾਈਮ ਤੁਸੀਂ ਸ਼ਿਫਟ ਕਰਨ ਦੀ ਕੋਸ਼ਿਸ਼ ਕਰੋ। ਜੇ ਫਰਜ਼ ਕਰ ਲਓ ਮੇਰੇ ਇੱਕ ਪਰਟੀਕੂਲਰ ਵਿਊਜ਼ ਆ ਆਪਣੇ ਬੱਚਿਆਂ ਦੇ ਨਾਲ ਗੱਲ ਕਰਨ ਦੇ, ਲੇਕਿਨ ਮੇਰੇ ਵਿਊਜ਼ ਉਹਨਾਂ ਬੱਚਿਆਂ ਦੇ ਨਾਲ ਫਿੱਟ ਨਹੀਂ ਬਹਿੰਦੇ ਔਰ ਘਰ ਦੇ ਵਿੱਚ ਡਿਸਕਨੈਕਟ ਤੇ ਡਿਸਕੋਰਡ ਹੋ ਰਿਹਾ, ਲੜਾਈ ਝਗੜਾ ਹੋ ਰਿਹਾ, ਕੀ ਮੈਂ ਘਰ 'ਚ ਵੱਡਾ ਹੋਣ ਦੇ ਨਾਤੇ ਕੀ ਮੈਂ ਆਪਣਾ ਪੈਰਾਡਾਈਮ ਥੋੜਾ ਜਿਹਾ ਸ਼ਿਫਟ ਕਰ ਸਕਦਾ? ਕੀ ਮੈਂ ਆਪਣੇ ਵਿਊ ਪੁਆਇੰਟ ਸ਼ਿਫਟ ਕਰਦਾ? ਇੱਕ ਤਾਂ ਸਾਡੀ ਬਹੁਤ ਜ਼ਿਆਦਾ ਮਤਲਬ ਕਿ ਜਿੰਨਾ ਵੀ ਅਸੀਂ ਐਜੂਕੇਸ਼ਨ ਤੇ ਜ਼ੋਰ ਦਿੰਨੇ ਆ ਉਹ ਇਹ ਦਿੰਨੇ ਆ ਵੀ ਪਲੀਜ਼ ਲੜਾਈ ਝਗੜਾ ਕਰਨ ਤੋਂ ਪਹਿਲਾਂ ਤੁਸੀਂ ਇਹ ਦੇਖੋ ਕਿ ਕੀ ਕੋਈ ਹੋਰ ਅਲਟਰਨੇਟਿਵ ਹੈਗਾ ਕਿ ਅਸੀਂ ਜਿਹਦੇ ਨਾਲ ਪ੍ਰੋਬਲਮ ਸੋਲਵ ਕਰ ਲਈਏ। ਨੰਬਰ ਇੱਕ ਚੀਜ਼ ਇਹ ਐਜੂਕੇਸ਼ਨ ਬਹੁਤ ਇੰਪੋਰਟੈਂਟ ਆ। ਨੰਬਰ ਦੂਸਰੀ ਹੈਗੀ ਕਿ ਕੁਝ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਅਸੀਂ ਆਪਣੇ ਹੈਲਥ ਬਿਹੇਵੀਅਰਸ ਨੂੰ ਚੇਂਜ ਕਰਕੇ ਠੀਕ ਕਰ ਸਕਦੇ ਹਾਂ। ਮਿਸਾਲ ਦੇ ਤੌਰ ਤੇ ਰਿਸਰਚ ਇਹ ਕਹਿੰਦੀ ਆ ਕਿ ਜੇ ਆਪਾਂ ਡਿਪਰੈਸਡ ਆ ਔਰ ਆਪਾਂ ਉਦਾਸ ਆ ਤਾਂ ਆਪਾਂ ਆਪਣੇ ਆਪ ਨੂੰ ਸੋਚ ਕੇ ਪੋਜ਼ਿਟਿਵ ਵੀ ਠੀਕ ਕਰ ਸਕਦੇ ਹਾਂ। ਜਾਨੀ ਕੋਈ ਜ਼ਰੂਰੀ ਨਹੀਂਗਾ ਕਿ ਆਪਾਂ ਨੇ ਮੈਡੀਸਿਨ ਹੀ ਲੈਣੀ ਆ। ਜਾਨੀ ਵਾਰੀ ਜਦੋਂ ਬਹੁਤ ਜ਼ਿਆਦਾ ਡੀਪ ਡਿਪਰੈਸ਼ਨ ਹੁੰਦਾ ਉਦੋਂ ਮੈਡੀਕੇਸ਼ਨ ਡੈਫੀਨਿਟਲੀ ਆਪਾਂ ਨੂੰ ਲੈਣੀ ਚਾਹੀਦੀ ਆ, ਲੇਕਿਨ ਇਹ ਬਹੁਤ ਦੇਖਣ ਵਿੱਚ ਆਇਆ ਕਿ ਜੇ ਅਸੀਂ ਪੋਜ਼ਿਟਿਵ ਆਊਟਲੁੱਕ ਕਰ ਲਈਏ, ਜੇ ਸਾਡੀ ਆਊਟਲੁੱਕ ਪੋਜ਼ਿਟਿਵ ਹੋ ਜੇ, ਅਸੀਂ ਸੋਚੀਏ ਵੀ ਪੋਜ਼ਿਟਿਵ, ਸਾਡਾ ਬਿਹੇਵੀਅਰ ਵੀ ਪੋਜ਼ਿਟਿਵ ਹੋਵੇ, ਸਾਡੀਆਂ ਜਿਹੜੀਆਂ ਜਿਸ ਹਿਸਾਬ ਨਾਲ ਅਸੀਂ ਆਪਣੀ ਲਾਈਫ ਸਟਾਈਲ ਨੂੰ ਉਲੀਕਿਆ ਉਹਦੇ ਤੇ ਤਬਦੀਲੀ ਲੈ ਆਈਏ, ਤਾਂ ਆਪਾਂ ਆਪਣੇ ਆਪ ਨੂੰ ਤੰਦਰੁਸਤ ਜਿਉ ਸਕਦੇ ਹਾਂ। ਸੋ ਇੱਕ ਐਜੂਕੇਸ਼ਨ ਇੰਪੋਰਟੈਂਟ ਆ, ਦੂਜਾ ਆਪਣੀ ਆਊਟਲੁੱਕ ਬਹੁਤ ਇੰਪੋਰਟੈਂਟ ਆ, ਔਰ ਤੀਜਾ ਇਹ ਹੈਗਾ ਕਿ ਆਪਣੀ ਜ਼ਿੰਦਗੀ ਦਾ ਕੋਈ ਗੋਲ ਹੈਗਾ, ਆਪਾਂ ਆਪਣੀ ਜ਼ਿੰਦਗੀ 'ਚ ਕੋਈ ਮਿਸ਼ਨ ਜਾਂ ਕੋਈ ਗੋਲ ਬਣਾ ਸਕਦੇ ਹਾਂ। ਸੋ ਜੇ ਉਹ ਬਣ ਜਾਵੇ ਫਿਰ ਤੁਸੀਂ ਦੇਖੋ ਕਿ ਬੱਚੇ ਵੀ ਖੁਸ਼ ਰਹਿੰਦੇ ਆ, ਪੇਰੈਂਟਸ ਵੀ ਖੁਸ਼ ਰਹਿੰਦੇ ਆ, ਸੁਸਾਇਟੀ ਵੀ ਖੁਸ਼ ਰਹਿੰਦੀ ਆ, ਕਿਉਂਕਿ ਆਪਾਂ ਨੂੰ ਪਤਾ ਕਿ ਆਪਾਂ ਕਿਹੜੇ ਮਕਸਦ ਦੇ ਲਈ ਆਪਾਂ ਆਪਣੇ ਆਪ ਨੂੰ ਲੈ ਕੇ ਜਾ ਰਹੇ ਹਾਂ। ਜੀ, ਮਿਸਟਰ ਬੁੱਧਾ, ਜਿੱਦਾਂ ਹੁਣ ਇਹ ਡਿਪਰੈਸ਼ਨ ਹੋ ਗਿਆ, ਸਾਡੀ ਹੈਲਥ ਦੇ ਨਾਲ ਰਿਲੇਟਡ ਚੀਜ਼ਾਂ ਹੋ ਗਈਆਂ, ਹੁਣ ਪਹਿਲਾਂ ਸਾਨੂੰ ਹਜੇ ਬਹੁਤ ਘੱਟ ਪਤਾ ਸੀ ਜਾਂ ਅਸੀਂ ਬਹੁਤ ਘੱਟ ਸੋਚਦੇ ਸੀ, ਪਰ ਇਸ ਅਨਪ੍ਰੈਜ਼ੀਡੈਂਟਡ ਟਾਈਮ ਦੇ ਵਿੱਚ ਅਸੀਂ ਰਹਿ ਰਹੇ ਹਾਂ ਜਿੱਥੇ ਕੋਵਿਡ ਅਸੀਂ ਨਾ ਕਦੇ ਸੁਣਿਆ ਸੀ, ਨਾ ਸਾਨੂੰ ਪਤਾ ਸੀ ਕਿ ਇਸ ਤਰ੍ਹਾਂ ਦੀ ਕੋਈ ਬਿਮਾਰੀ ਹੋਏਗੀ, ਤੇ ਉਸ ਤੋਂ ਬਾਅਦ ਇਸ ਤਰ੍ਹਾਂ ਸਾਨੂੰ ਰਿਸਟ੍ਰਿਕਸ਼ਨਸ ਦੇ ਵਿੱਚ ਰਹਿਣਾ ਹੋਊਗਾ, ਤੇ ਉਸ ਤੋਂ ਬਾਅਦ ਪਤਾ ਲੱਗਿਆ ਕਿ ਹੁਣ ਲੋਕ ਡਿਪਰੈਸ਼ਨ 'ਚ ਜਾ ਰਹੇ ਨੇ, ਐਂਕਸ਼ੀਅਸ ਹੋ ਰਹੇ ਨੇ, ਐਂਕਸ਼ੀਅਸਨੈਸ ਬਹੁਤ ਵੱਧ ਰਹੀ ਹੈ। ਕੋਵਿਡ ਨੂੰ ਲੈ ਕੇ ਹੁਣ ਪ੍ਰੋਜੈਕਟਸ ਤੁਹਾਡੇ ਵੱਲੋਂ ਵੀ ਸ਼ੁਰੂ ਕੀਤੇ ਗਏ ਨੇ, ਕੀ ਪ੍ਰੋਜੈਕਟਸ ਨੇ? ਸੀ ਇੱਕ ਤਾਂ ਅਸੀਂ ਮਤਲਬ ਕਿ ਐਜੂਕੇਸ਼ਨ ਡੈਫੀਨਿਟਲੀ ਐਜੂਕੇਸ਼ਨ ਦੇ ਰਹੇ ਹਾਂ। ਦੂਸਰੀ ਹੈਗੀ ਹੈ ਕਿ ਐਜੂਕੇਸ਼ਨ ਕੱਲੀ ਨਾਲ ਕੰਮ ਨਹੀਂ ਬਣਦਾ। ਹੁਣ ਬਹੁਤ ਵਾਰੀ ਆਪਾਂ ਨੇ ਦੇਖਿਆ ਕਿ ਸਾਡੇ ਕੋਲੇ ਇੱਥੇ ਬਹੁਤ ਸਾਰੇ ਬਜ਼ੁਰਗ ਆ ਜਿਹੜੇ ਇਕੱਲੇ ਰਹਿੰਦੇ ਆ, ਉਹਨਾਂ ਦੇ ਕੋਈ ਗੱਲ ਕਰਨ ਵਾਲਾ ਨਹੀਂ। ਪਹਿਲਾਂ ਤਾਂ ਉਹ ਵਿਚਾਰੇ ਤੁਰ ਫਿਰ ਕੇ ਥੋੜਾ ਜਿਹਾ ਬਾਹਰ ਅੰਦਰ ਚਲੇ ਜਾਂਦੇ ਸੀ ਤਾਂ ਥੋੜੀ ਜਿਹੀ ਉਹਨਾਂ ਦੀ ਕਨੈਕਟੀਵਿਟੀ ਰਹਿੰਦੀ ਸੀ। ਹੁਣ ਉਹ ਕਨੈਕਟੀਵਿਟੀ ਵੀ ਉਹਨਾਂ ਦੀ ਤਕਰੀਬਨ ਖਤਮ ਹੋ ਗਈ। ਸੋ ਅਸੀਂ ਕੀ ਕੀਤਾ ਕਿ ਅਸੀਂ ਆਪਣੇ ਵੋਲੰਟੀਅਰਸ ਟ੍ਰੇਨ ਕੀਤੇ, ਅਸੀਂ ਉਹਨਾਂ ਵੋਲੰਟੀਅਰਸ ਨੂੰ ਸੀਨੀਅਰਸ ਦੇ ਨਾਲ ਕਨੈਕਟ ਕੀਤਾ। ਕਈ ਵਾਰੀ ਅਸੀਂ ਉਹਨਾਂ ਨੂੰ ਕਨੈਕਟ ਕੀਤਾ ਥਰੂ ਜ਼ੂਮ, ਕਈ ਵਾਰੀ ਅਸੀਂ ਕਨੈਕਟ ਕੀਤਾ ਥਰੂ ਟੈਲੀਫੋਨ, ਤਾਂ ਕਿ ਉਹਨਾਂ ਦੇ ਨਾਲ ਕੋਈ ਗੱਲ ਕਰਦਾ ਰਹੇ। ਫਿਰ ਅਸੀਂ ਇਹ ਦੇਖਿਆ ਕਿ ਸਾਨੂੰ ਪ੍ਰੋਬਲਮ ਆਈ ਕਿ ਬਹੁਤ ਸਾਰੇ ਬਜ਼ੁਰਗ ਐਸੇ ਆ ਜਿਹੜੇ ਵਿਚਾਰੇ ਅਨਏਬਲ ਆ ਆਪਣੀ ਗਰੋਸਰੀ ਲਿਆਉਣ ਜੋਗੇ, ਉਹ ਗਰੋਸਰੀ ਨਹੀਂ ਲਿਆ ਸਕਦੇ।
ਫਿਰ ਉਹਨਾਂ ਨੂੰ ਅਸੀਂ ਗਰੋਸਰੀ ਸਪਲਾਈ ਕਰਨੀ ਸ਼ੁਰੂ ਕੀਤੀ, ਯਾਨੀ ਅਸੀਂ ਨਹੀਂ ਗਰੋਸਰੀ ਖਰੀਦਣੀ, ਉਹਨਾਂ ਨੂੰ ਛੱਡਿਆ ਨਹੀਂ। ਕੁਛ ਸਾਨੂੰ ਥੋੜੀ ਦੇਰ ਬਾਅਦ ਇਹ ਪਤਾ ਲੱਗਿਆ ਵੀ ਉਹ ਤਾਂ ਰੋਟੀ ਵੀ ਨਹੀਂ ਬਣਾ ਸਕਦੇ, ਕੁਝ ਸੀਨੀਅਰਸ ਤਾਂ ਇਹੋ ਜਿਹੇ ਆ। ਫਿਰ ਅਸੀਂ ਲੰਗਰ ਔਨ ਵੀਲਸ ਪ੍ਰੋਗਰਾਮ ਸ਼ੁਰੂ ਕੀਤਾ ਤੇ ਹੁਣ ਅਸੀਂ ਐਵਰੀ ਡੇ 200 ਮੀਲਸ ਸਪਲਾਈ ਕਰਦੇ ਹਾਂ। ਵਾਹ। ਸਾਡਾ 6 ਵਜੇ ਸਾਡਾ ਕੁਕਿੰਗ ਸ਼ੁਰੂ ਹੋ ਜਾਂਦੀ ਹੈ, 10:30 ਵਜੇ ਡਰਾਈਵਰਸ 4 ਹਿੱਸਿਆਂ 'ਚ ਬਰੈਂਪਟਨ ਦੇ ਜਾਂਦੇ ਆ ਤੇ ਉਹ ਜਾਨੀ 200 ਮੀਲਸ ਡਿਲੀਵਰ ਕਰਕੇ ਆਉਂਦੇ ਆ ਐਵਰੀ ਡੇ 7 ਡੇਜ਼ ਏ ਵੀਕ। ਇਹ ਡਿਊਰਿੰਗ ਕੋਵਿਡ ਆ, ਪਹਿਲਾਂ ਅਸੀਂ ਬਹੁਤ ਥੋੜਾ ਜਿਹਾ ਕੰਮ ਕਰਦੇ ਸੀ, ਲੇਕਿਨ ਡਿਊਰਿੰਗ ਕੋਵਿਡ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਤਾਂ ਅਸੀਂ ਕੀਤਾ। ਫਿਰ ਇੱਕ ਹੋਰ ਅਰਸ਼ਦੀਪ ਜੀ ਜਿਹੜੀ ਪ੍ਰੋਬਲਮੈਟਿਕ ਗੱਲ ਹੋਈ ਉਹ ਇਹ ਹੋਈ ਕਿ ਬਹੁਤ ਸਾਰੇ ਸਾਨੂੰ ਵੀਰਾਂ ਦੇ ਫੋਨ ਆਏ, ਬਹੁਤ ਸਾਰੀਆਂ ਭੈਣਾਂ ਦੇ ਫੋਨ ਆਏ ਕਿ ਸਾਡੀ ਹਸਬੈਂਡ ਵਾਈਫ ਦੀ ਲੜਾਈ ਹੋ ਰਹੀ ਆ ਕਿਉਂਕਿ ਅਸੀਂ ਸਟ੍ਰੈਸਫੁਲ ਸਿਚੁਏਸ਼ਨ 'ਚ ਆ, ਸਾਨੂੰ ਕੁਛ ਤੁਸੀਂ ਰਾਸਤਾ ਦੱਸੋ ਵੀ ਅਸੀਂ ਕਿਵੇਂ ਕਰੀਏ। ਪਹਿਲਾਂ ਤਾਂ ਅਸੀਂ ਵੀ ਕੰਮ, ਮੈਂ ਵੀ ਕੰਮ ਤੇ ਚਲੇ ਜਾਂਦੇ ਸੀ, ਉਹ ਵੀ ਕੰਮ ਤੇ ਚਲੇ ਜਾਂਦੇ ਸੀ, ਹੁਣ ਅਸੀਂ ਦੋਨੋਂ ਜਣੇ ਘਰ ਆ ਤੇ ਸਾਨੂੰ ਫਿਕਰ ਆ ਵੀ ਸਾਨੂੰ ਪਤਾ ਨਹੀਂ ਕੰਮ ਮਿਲੂਗਾ, ਸਾਡਾ ਜਿੰਨਾ ਕੁ ਬੈਂਕ ਬੈਲੈਂਸ ਹੈਗਾ ਉਹ ਖਤਮ ਹੋ ਰਿਹਾ, ਅਸੀਂ ਮੌਰਗੇਜ ਪੇ ਕਰ ਸਕਾਂਗੇ, ਬੱਚਿਆਂ ਦਾ ਕੀ ਬਣੂਗਾ, ਕਿ ਕੌਣ ਇਹਨਾਂ ਨੂੰ ਪੜ੍ਹਾਊਗਾ, ਕਈ ਬੱਚੇ ਸਕੂਲ ਜਾਣਗੇ ਕਿ ਨਹੀਂ। ਉਸ ਨੂੰ ਰੱਖ ਕੇ ਤੇ ਉਹਨਾਂ ਦੇ ਡਿਸਐਗਰੀਮੈਂਟਸ ਤੋਂ ਹੋਣੇ ਸ਼ੁਰੂ ਹੋ ਗਏ ਵਿਚ ਲੈਡ ਟੂ ਫਰਦਰ ਕਨਫਲਿਕਟ ਇਨ ਦੀ ਮੈਰਿਜ। ਸੋ ਅਸੀਂ ਫਿਰ ਕੀ ਕੀਤਾ, ਇੱਕ ਪ੍ਰੋਜੈਕਟ ਸ਼ੁਰੂ ਕੀਤਾ ਔਰ ਆਉਣ ਵਾਲੇ ਟਾਈਮ 'ਚ ਹੋਰ ਵੀ ਉਹ ਵੱਡਾ ਹੋਊਗਾ, ਵਾਈ ਆਰ ਗੁੱਡ ਮੈਨ ਸਾਇਲੈਂਟ। ਜੀ ਜੀ। ਉਹਨਾਂ ਦੇ ਘਰਾਂ 'ਚ ਪ੍ਰੋਬਲਮ ਨਹੀਂ ਕੀ, ਜੇ ਹੁਣ ਫਰਜ਼ ਕਰ ਲਓ ਮੇਰੇ ਘਰ 'ਚ ਪ੍ਰੋਬਲਮ ਨਹੀਂ, ਲੇਕਿਨ ਮੈਂ ਕਿਸੇ ਆਪਣੇ ਯਾਰ ਦੋਸਤ ਦੇ ਘਰ 'ਚ ਪ੍ਰੋਬਲਮ ਆ, ਕੀ ਮੈਂ ਆਪਣੇ ਆਪ ਨੂੰ ਉਹਨੂੰ ਸਮਝਾਉਣ ਦੇ ਵਿੱਚ ਆਪਣਾ ਯੋਗਦਾਨ ਪਾਣਾ। ਸੋ ਬਹੁਤ ਸਾਰੇ ਐਸੇ ਆਦਮੀ ਆ ਜਿਹੜੇ ਕਿ ਆਪਣੀਆਂ ਵਾਈਫਸ ਨੂੰ ਅਬਿਊਜ਼ ਨਹੀਂ ਕਰਦੇ, ਆਪਣੀਆਂ ਕੁੜੀਆਂ ਨੂੰ ਅਬਿਊਜ਼ ਨਹੀਂ ਕਰਦੇ, ਉਹ ਬੜੀ ਚੰਗੀ ਤਰੀਕੇ ਨਾਲ ਰਹਿੰਦੇ ਆ। ਉਹਨਾਂ ਆਦਮੀਆਂ ਦੀ ਜਿਹੜੇ ਗੁੱਡ ਆ, ਉਹਨਾਂ ਦੀ ਜ਼ਿੰਮੇਵਾਰੀ ਕੀ ਬਣਦੀ ਆ, ਕੀ ਉਹ ਚੁੱਪ ਕਰਕੇ ਕਹਿ ਜਾਣ, ਕਿ ਉਹ ਜਦੋਂ ਕੋਈ ਮਾੜਾ ਹੁੰਦਾ ਆਪਣੀ ਕਮਿਊਨਿਟੀ 'ਚ ਉਹਦੇ 'ਚ ਹਿੱਸਾ ਨਾ ਲੈਣ। ਅਸੀਂ ਫਿਰ ਕੀ ਕੀਤਾ, ਅਸੀਂ ਇੱਕ ਗਰੁੱਪ ਬਣਾਇਆ, ਅਸੀਂ ਇੱਕ ਵੈਬੀਨਾਰ ਕਰ ਚੁੱਕੇ ਹਾਂ, ਅਸੀਂ ਫਿਰ ਇੱਕ ਵੈਬਸਾਈਟ ਬਣਾਈ ਆ, ਉਹ ਵੀ ਇਸੇ ਨਾਂ ਥੱਲੇ ਆ, ਵਾਈ ਆਰ ਗੁੱਡ ਮੈਨ ਸਾਇਲੈਂਟ। ਉਹਦੇ ਤੇ ਅਸੀਂ ਫਿਰ ਹੁਣ ਸੈਲਫ ਲਰਨਿੰਗ ਮੋਡਿਊਲਸ ਬਣਾਏ ਆ, ਹਾਊ ਟੂ ਬੀ ਅ ਗੁੱਡ ਫਾਦਰ, ਹਾਊ ਟੂ ਬੀ ਅ ਹਸਬੈਂਡ, how to have positive relationship, how to communicate, how to deal with stress। ਇਹ ਸੈਲਫ ਲਰਨਿੰਗ ਮੋਡਿਊਲਸ ਆ, ਅਸੀਂ ਆਉਣ ਵਾਲੇ ਟਾਈਮ 'ਚ ਇਹਨਾਂ ਨੂੰ ਹੋਰ ਵੀ ਇਨਕਰੀਜ਼ ਕਰ ਰਹੇ ਹਾਂ ਤਾਂ ਕਿ ਜਿਹੜੇ ਵੀ ਵੀਰ ਹੈਗੇ ਆ ਉਹ ਘਰ ਬੈਠੇ ਜਾਂ ਜਿੱਥੇ ਵੀ ਉਹ ਹੈਗੇ ਆ ਉਹ ਆਪਣੇ ਆਪ ਹੀ ਜਾਨੀ ਵੈਬਸਾਈਟ ਤੇ ਜਾ ਕੇ ਲਰਨ ਕਰਕੇ ਤੇ ਉਹ ਸਿੱਖ ਲੈਣ। ਸੋ ਇਸ ਤਰ੍ਹਾਂ ਦੇ ਡਿਫਰੈਂਟ ਅਸੀਂ ਪ੍ਰੋਜੈਕਟ ਉਲੀਕੇ ਆ ਜਿਨ੍ਹਾਂ ਨਾਲ ਆਪਣੀ ਕਮਿਊਨਿਟੀ ਨੂੰ ਪ੍ਰੈਕਟੀਕਲ ਤੌਰ ਤੇ ਫਾਇਦਾ ਹੋਵੇ। ਜੀ, ਸੱਚਮੁੱਚ ਸੋਚਣ ਵਾਲੀ ਗੱਲ ਹੈ ਕਿ ਕਾਹਤੋਂ ਜਿਹੜੇ ਗੁੱਡਮੈਨ ਹੈਗੇ ਆ ਉਹ ਸਾਇਲੈਂਟ ਹੈਗੇ ਆ। ਇਹ ਬਹੁਤ ਵਧੀਆ ਵਿਸ਼ਾ ਹੈਗਾ ਆ ਜਿਹੜਾ ਤੁਸੀਂ ਲੈ ਕੇ ਆਂਦਾ ਆ, ਜਿੱਤੇ ਵਰਕ ਹੋ ਰਿਹਾ ਹੈਗਾ। ਪਰ ਜਦੋਂ ਕਮਿਊਨਿਟੀ ਨੂੰ ਨਾਲ ਜੋੜਨ ਦੀ ਵਾਰੀ ਆਉਂਦੀ ਹੈ ਤੇ ਕਿਤੇ ਨਾ ਕਿਤੇ ਕਈ ਕਹਿੰਦੇ ਆ ਵੀ ਚਲ ਸਾਨੂੰ ਕੀ ਪਈ ਹੈ, ਜਾਂ ਅਸੀਂ ਕਈ ਵਾਰੀ ਸੋਚਦੇ ਨਹੀਂ ਕਿਸੇ ਹੋਰ ਦੇ ਬਾਰੇ। ਹੁਣ ਬਹੁਤੇ ਲੋਕ ਤੁਹਾਡੇ ਵਰਗੇ ਤਾਂ ਨਹੀਂ ਹੁੰਦੇ ਕਿ ਸਾਰੇ ਕਮਿਊਨਿਟੀ ਬਾਰੇ ਸੋਚਦੇ, ਦੇਰ ਲਾਈਕ ਕਿ ਅਸੀਂ ਆਪਣੇ ਘਰ 'ਚ ਖੁਸ਼ ਹਾਂ, ਅਸੀਂ ਖੁਸ਼ ਹਾਂ, ਸਾਨੂੰ ਕਿਸੇ ਹੋਰ ਦੀ ਨਹੀਂ ਲੋੜ। ਫਿਰ ਉਹਨਾਂ ਸਾਰਿਆਂ ਨੂੰ ਜੋੜਨ ਦੇ ਲਈ ਤੁਹਾਡੇ ਵੱਲੋਂ ਕੀ ਕੀਤਾ ਜਾਂਦਾ? ਮੇਰੇ ਇਹ ਜ਼ਿੰਦਗੀ 'ਚ ਅਰਸ਼ਦੀਪ ਬੇਟੇ, ਇਹ ਜ਼ਿੰਦਗੀ ਦਾ ਮੇਰਾ ਤਜਰਬਾ ਕਿ 3 ਤਰ੍ਹਾਂ ਦੇ ਲੋਕ ਹੁੰਦੇ ਆ ਜੀ। ਇੱਕ ਲੋਕ ਹੁੰਦੇ ਆ ਜਿਹੜੇ ਬੰਦੇ ਕੁਦਰਤੀ ਤੌਰ ਤੇ ਉਹਨਾਂ ਨੂੰ ਕਿਸੇ ਕਿਸਮ ਦੀ ਉਹਨਾਂ ਨੂੰ ਬਖਸ਼ਿਸ਼ ਹੁੰਦੀ ਆ ਕਿ ਉਹਨਾਂ ਨੇ ਕਮਿਊਨਿਟੀ ਦਾ ਫਾਇਦਾ ਕਰਨਾ ਹੀ ਕਰਨਾ। ਇਹ ਇੱਕ ਤਰ੍ਹਾਂ ਦੇ ਲੋਕ ਹੁੰਦੇ ਆ। ਇਹ ਤਕਰੀਬਨ ਤੁਸੀਂ ਕਹਿ ਸਕਦੇ ਹੋ ਕਿ ਪੂਰੀ ਕਮਿਊਨਿਟੀ ਦੇ ਵਿੱਚ 10% ਲੋਕ ਇਹ ਹੁੰਦੇ ਆ ਜਿਨ੍ਹਾਂ ਨੇ ਫਾਇਦਾ ਕਰਨਾ ਹੀ ਕਰਨਾ, ਕੁਛ ਹੋਈ ਜਾਵੇ ਉਹਨਾਂ ਨੇ ਕਰਨਾ, no matter what। ਹਾਂਜੀ, no matter what। ਫਿਰ ਜਿਹੜੇ 80% ਵਿਚਲੀ ਪਾਪੂਲੇਸ਼ਨ ਆ ਉਹ ਫਲਕਚੁਏਟ ਕਰਦੀ ਆ, ਉਹ ਕਈ ਵਾਰੀ ਸਾਥ ਦੇ ਦਿੰਦੇ ਆ, ਕਈ ਵਾਰੀ ਸਾਥ ਨਹੀਂ ਦਿੰਦੇ, ਕਈ ਵਾਰੀ ਉਹਨਾਂ ਨੂੰ ਆਪਾਂ ਇੰਗਲਿਸ਼ 'ਚ ਜਿਵੇਂ ਕਹਿੰਦੇ ਆ ਨਾ ਫੈਂਸ ਸਿਟਰਸ, ਉਹ ਫੈਂਸ ਤੇ ਬੈਠੇ ਰਹਿੰਦੇ ਆ। ਜੇ ਪਲੜਾ ਉਧਰਲਾ ਭਾਰੀ ਹੋ ਗਿਆ ਤਾਂ ਉਧਰ ਨੂੰ ਹੋ ਜਾਣਗੇ, ਜੇ ਪਲੜਾ ਇਧਰਲਾ ਭਾਰੀ ਹੋ ਗਿਆ ਤਾਂ ਇੱਧਰ ਹੋ ਜਾਣਗੇ। ਉਹ always be in good situation। ਹਾਂਜੀ, ਉਹ ਸਾਇਲੈਂਟ ਮੈਜੋਰਿਟੀ ਤੁਸੀਂ ਕਹਿ ਸਕਦੇ ਹੋ। ਬਿਲਕੁਲ। ਫਿਰ ਜਿਹੜੇ 10% ਆ, ਉਹ 10% ਜ਼ਿੰਦਗੀ ਦੇ ਵਿੱਚ ਨੈਗੇਟਿਵ ਪਰਸਨਸ ਆ, ਉਹਨਾਂ ਨੂੰ ਕਿਸੇ ਪਾਸੇ ਸੰਤੋਖ ਨਹੀਂਗਾ, ਕਿਸੇ ਪਾਸੇ ਨਹੀਂਗਾ, ਤੇ ਉਹਨਾਂ ਦੀ ਬੜੀ ਵਰੀ ਨਹੀਂ ਕਰਨੀ ਚਾਹੀਦੀ ਆਪਾਂ ਨੂੰ। ਔਰ ਉਹ ਆਪਾਂ ਨੂੰ ਇਹ ਵਰੀ ਕਰਨੀ ਚਾਹੀਦੀ ਆ ਵੀ ਜਿਹੜੇ 10% ਗੁੱਡ ਆ, ਉਹ ਜਿਹੜੇ 80% ਵਿਚਾਰੇ ਕੁਝ ਨਹੀਂ ਕਰ ਰਹੇ, ਉਹਨਾਂ ਨੂੰ ਆਪਣੇ ਨਾਲ ਜੋੜ ਕੇ ਤੇ ਆਪਣਾ 10% ਵਧਾਈਏ। ਤੇ ਜਦੋਂ ਆਪਾਂ ਇਸ ਨਜ਼ਰੀਏ ਨਾਲ ਦੇਖਦੇ ਹਾਂ ਤਾਂ ਫਿਰ ਤੁਹਾਨੂੰ ਬਹੁਤ, ਤੁਸੀਂ ਜਾਣ ਕੇ ਹੈਰਾਨੀ ਹੋਊਗੀ, ਜਿੱਦਣ ਅਸੀਂ ਪਹਿਲੇ ਦਿਨ ਵਾਈ ਆਰ ਗੁੱਡ ਮੈਨ ਸਾਇਲੈਂਟ ਦਾ ਕਾਲ ਦਿੱਤੀ ਪੂਰੇ ਬਰੈਂਪਟਨ ਏਰੀਆ 'ਚ,
ਤਾਂ ਸਾਡੇ ਕੋਲੇ ਸਿਰਫ 15 ਬੰਦੇ ਆਏ। ਹੁਣ ਸਾਡਾ ਗਰੁੱਪ ਆਲਰੇਡੀ 45 ਦਾ ਹੋ ਗਿਆ। ਦੈਟਸ ਟਰੂ। ਹੁਣ ਇੱਕ ਦੋ ਬੰਦਿਆਂ ਨੇ ਕਿਹਾ ਵੀ ਅਸੀਂ ਪੋਡਕਾਸਟਿੰਗ ਸ਼ੁਰੂ ਕਰਨੀ ਹੈ। ਹਾਲਾਂਕਿ ਮੈਨੂੰ ਤਾਂ ਮੈਂ ਟੈਕਨੋਲੋਜੀਕਲ ਤਾਂ ਇੰਨਾ ਹੈ ਨਹੀਂ। ਮੈਂ ਕਿਹਾ ਵੀ ਤੁਸੀਂ ਮੈਨੂੰ ਲੈ ਕੇ ਮੈਂ ਤਾਂ ਬੋਲ ਸਕਦਾ। ਉਹਨਾਂ ਨੇ ਕਿਹਾ ਵੀ ਇਹਦਾ ਫਿਕਰ ਨਾ ਕਰੋ, ਅਸੀਂ ਪਹਿਲਾਂ ਹੁਣ ਪੋਡਕਾਸਟਿੰਗ ਸ਼ੁਰੂ ਕਰਾਂਗੇ। ਕੁਝ ਬੰਦਿਆਂ ਨੇ ਕਿਹਾ ਵੀ ਅਸੀਂ ਤਾਂ ਬਾਹਲਾ ਕੁਝ ਨਹੀਂ ਅਸੀਂ ਕਰ ਸਕਦੇ, ਪਰ ਅਸੀਂ ਤਾਂ ਸਟੇਜ ਤੇ ਡਰਾਮਾ ਕਰ ਸਕਦੇ ਹਾਂ। ਤੁਸੀਂ ਦੱਸੋ, ਅਸੀਂ ਡਰਾਮਾ ਲਿਖ ਕੇ ਤੇ ਡਰਾਮਾ ਪਲੇ ਕਰਕੇ ਉਹਦੀ ਰਿਕਾਰਡਿੰਗ ਕਰਕੇ ਤੇ ਅਸੀਂ ਪਲੇ ਕਰ ਸਕਦੇ ਹਾਂ। ਸੋ ਹਰ ਇੱਕ ਬੰਦਾ ਆਪਣੇ ਆਪਣੇ ਐਕਸਪੀਰੀਅੰਸ ਨਾਲ ਹੁਣ ਤੁਰ ਪਿਆ। ਹੌਲੀ ਹੌਲੀ ਕਰਕੇ ਇਹ ਕਾਫਲਾ ਤੁਸੀਂ ਦੇਖੋਗੇ ਕਿ ਇਹਨੇ ਵੱਧ ਜਾਣਾ। ਇਨੀਸ਼ੀਏਟਿਵ ਲੈਣਾ ਪੈਂਦਾ ਹੈ, ਕਿਸੇ ਨਾ ਕਿਸੇ ਨੂੰ ਤਾਂ ਲੈਣਾ ਪੈਂਦਾ ਹੈ। ਕਹਿੰਦੇ ਇੱਕ ਜਣਾ ਤੁਰਦਾ ਤਾਂ ਕਾਫਲਾ ਆਪੇ ਹੀ ਨਾਲ ਤੁਰ ਪੈਂਦਾ ਆ। ਤੇ ਨਾਲ ਹੁਣ ਜਿਵੇਂ ਤੁਸੀਂ ਕਿਹਾ ਬਰੈਂਪਟਨ ਏਰੀਆ ਦੇ ਵਿੱਚ, ਹੋਰ ਕੈਨੇਡਾ ਦੇ ਵਿੱਚ ਕਿੱਥੇ ਸਰਵਿਸਿਜ਼ ਦਿੱਤੀਆਂ ਜਾ ਰਹੀਆਂ ਨੇ? ਸੋ ਇਸ ਵਕਤ ਆਪਣੇ ਅਰਸ਼ਪਤੇ ਆਪਣਾ ਇੱਕ ਵੱਡੀ, ਸਾਰੇ ਨਾਲ ਵੱਡੀ ਆਪਣੀ ਐਫੀਲੀਏਟ ਹੈਗੀ ਆ PCHS ਕੈਲਗਰੀ। ਉਹਨਾਂ ਨੂੰ ਆਲਰੇਡੀ ਅਲਬਰਟਾ ਹੈਲਥ ਸਰਵਿਸਿਜ਼ ਤੋਂ ਫੰਡਿੰਗ ਮਿਲ ਰਹੀ ਆ। ਨਾਈਸ। ਆਲਰੇਡੀ ਮੈਂਟਲ ਹੈਲਥ ਐਡਿਕਸ਼ਨਸ ਦਾ ਤੇ ਹੋਰ ਪ੍ਰੋਗਰਾਮਸ ਆਲਰੇਡੀ ਲੀਕ ਰਹੇ ਆ ਤੇ ਉਹ ਆਪਣਾ ਫੁੱਲ ਫਲੈਜਡ ਉੱਥੇ ਕੰਮ ਹੋ ਰਿਹਾ। ਫਿਰ ਸਾਡੀ ਐਡਮਿੰਟਨ ਬ੍ਰਾਂਚ ਹੈਗੀ ਆ, ਲੇਕਿਨ ਉਹ ਕੋਵਿਡ ਕਰਕੇ ਫਿਰ ਉਹਨਾਂ ਨੂੰ ਵੀ ਹਜੇ ਟੈਂਪਰੇਰੀਲੀ ਰੋਕਣਾ ਪਿਆ ਆਪਣਾ ਕੰਮ। ਨਹੀਂ ਤਾਂ ਹੁਣ ਨੂੰ ਉਹਨਾਂ ਨੇ ਵੀ ਚੱਲ ਪੈਣਾ ਸੀਗਾ, ਕਿਉਂਕਿ ਆਪਾਂ ਨੂੰ ਬਹੁਤ ਜ਼ਿਆਦਾ ਲੋੜ ਸੀ। ਪਰ ਅਨਫੋਰਚੂਨੇਟਲੀ ਕੋਵਿਡ ਕੇਮ ਐਟ ਅ ਟਾਈਮ ਵੈਨ ਵੀ ਵਰ ਜਸਟ ਇਨ ਦੀ ਪ੍ਰੋਸੈਸ ਆਫ ਸੈਟਿੰਗ ਅਪ। ਇਸੇ ਤਰ੍ਹਾਂ ਹੀ PCHS ਸਾਰੀ ਸੈਟਅਪ ਅਜੇ ਕਰਨੀ ਹੋਈ ਸੀਗੀ, ਕੀਤੀ ਹੋਈ ਸੀਗੀ ਕਿ ਉਧਰੋਂ ਕੋਵਿਡ ਆ ਗਿਆ ਤਾਂ ਆਪਣਾ ਕੰਮ ਰੁਕ ਗਿਆ। ਸੋ ਤੇ ਇੱਕ ਆਪਣੀ ਮੌਂਟਰੀਅਲ ਚ ਹੈਗੀ ਆ PCHS ਆਟਵਾ ਚ, ਉਹ ਸੀਨੀਅਰਸ ਨੂੰ ਦੇਖਦੇ ਆ। ਫਿਰ ਆਪਾਂ ਨੇ ਵਿਰਚੁਅਲ ਸੈਟਅਪ ਕੀਤੀ ਆ PCHS ਵਿੰਡਸਰ ਤੇ PCHS ਹੈਮਿਲਟਨ। ਹੁਣ PCHS ਕਿਚਨਰ ਵੀ ਵਰਚੁਅਲੀ ਸੈਟਅਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਆਉਣ ਵਾਲੇ ਮਹੀਨੇ ਦੇ ਵਿੱਚ ਆਪਾਂ PCHS ਆਸਟ੍ਰੇਲੀਆ ਮੈਲਬਰਨ ਚ ਸੈਟਅਪ ਕਰ ਰਹੇ ਹਾਂ। ਸੋ ਦੈਟ ਵਨ ਇਜ਼ ਆਲਰੇਡੀ ਰਨਿੰਗ। ਤੇ PCHS ਪੰਜਾਬ ਤਾਂ ਆਲਰੇਡੀ ਹੈਗੀ ਆਪਣੇ। ਉਹਨਾਂ ਦਾ ਜ਼ਿਆਦਾ ਕੰਮ ਯੂਥ ਨਾਲ ਹੁੰਦਾ। ਸਕੂਲਾਂ 'ਚ ਜਾਂਦੇ ਆ, ਸਕੂਲਾਂ ਨੂੰ ਐਮਪਾਵਰਮੈਂਟ ਕਰਦੇ ਆ, ਸਕੂਲਾਂ ਨੂੰ ਦੱਸਦੇ ਆ ਕਿ ਤੁਸੀਂ ਪੋਜ਼ੀਟਿਵ ਡਿਸੀਜਨ ਮੇਕਿੰਗ ਕਿਵੇਂ ਕਰਨੀ ਆ। ਕਿਉਂਕਿ ਆਪਾਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਡਰੱਗਸ ਦਾ ਬਹੁਤ ਸੀਗਾ ਤੇ ਅਸੀਂ ਬਹੁਤ ਜ਼ਿਆਦਾ ਐਮਫੈਸਿਸ ਕੀਤੀ ਗ੍ਰੇਡ 8 ਦੇ ਬੱਚਿਆਂ ਤੋਂ ਲੈ ਕੇ ਤੇ ਹਾਈ ਸਕੂਲ ਦੇ ਤੇ ਕਾਲਜ ਦੇ ਲੈਵਲ ਤੇ, ਕਿ ਅਗਰ ਤੁਸੀਂ ਇਹ ਨਾ ਵਰੀ ਕਰੋ ਕਿ ਡਰੱਗ ਹੈਗੀ ਆ, ਤੁਸੀਂ ਇਹ ਵਰੀ ਕਰੋ ਕਿ ਤੁਸੀਂ ਨਹੀਂ ਇਨਵੋਲਵ ਹੋਣਾ, ਜੋ ਮਰਜ਼ੀ ਕੁਝ ਹੋਈ ਜਾਵੇ। ਉਸ ਸੈਂਸ ਦੇ ਵਿੱਚ ਸਾਡਾ ਬਹੁਤ ਜ਼ਿਆਦਾ ਅਸੀਂ ਕਾਲਜਾਂ, ਯੂਨੀਵਰਸਿਟੀਆਂ 'ਚ, ਛੋਟੇ ਸਕੂਲਾਂ 'ਚ, ਪ੍ਰਾਇਮਰੀ ਸਕੂਲਾਂ 'ਚ, ਮਿਡਲ ਸਕੂਲ 'ਚ, ਹਾਈ ਸਕੂਲਾਂ 'ਚ ਜਾ ਕੇ ਅਸੀਂ ਬਹੁਤ ਜ਼ਿਆਦਾ ਐਜੂਕੇਸ਼ਨ ਦੇ ਉੱਤੇ ਜ਼ੋਰ ਦਿੱਤਾ, ਲੀਡਰਸ਼ਿਪ ਸਕਿੱਲਸ ਯੂਥ ਦੇ ਵਿੱਚ ਡਿਵੈਲਪ ਕਰਨ ਲਈ। ਬਿਲਕੁਲ। ਤੇ ਨਾਲ ਹੁਣ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈਗੀ ਆ, ਗਵਰਨਮੈਂਟ ਤੋਂ ਵੀ ਸਾਥ ਮਿਲ ਰਿਹਾ ਹੈਗਾ, ਤੇ ਬਾਕੀ ਜਿਹੜੇ ਫੰਡਿੰਗ ਹੈਗੀ ਆ ਉਹ ਡੋਨੇਸ਼ਨਸ ਦੇ ਜ਼ਰੀਏ, ਕੋਈ ਜੇ ਤੁਹਾਨੂੰ ਡੋਨੇਸ਼ਨ ਦੇਣੀ ਚਾਹੁੰਦਾ ਤਾਂ ਤੁਹਾਨੂੰ ਡੋਨੇਸ਼ਨ ਵੀ ਭੇਜ ਸਕਦਾ। ਹਾਂਜੀ, PCHS ਦੀ ਅਗਰ ਆਪਾਂ ਵੈਬਸਾਈਟ ਤੇ ਜਾਈਏ ਸ਼ਦੀਪ ਜੀ, ਉੱਥੇ ਆਪਣੇ ਡੋਨੇਸ਼ਨ ਦਾ ਹੈਗਾ ਪੇਪਾਲ ਅਕਾਊਂਟ ਦੇ ਥਰੂ। ਉੱਥੇ ਆਪਾਂ ਡੋਨੇਸ਼ਨ ਕਰ ਸਕਦੇ ਹਾਂ। ਉੱਥੇ ਉਹ ਦੱਸ ਵੀ ਸਕਦੇ ਆ ਵੀ ਕਿੱਥੇ ਕਰਨੀ ਆ। ਆਪਾਂ ਨੂੰ ਜ਼ਿਆਦਾ ਡੋਨੇਸ਼ਨਸ ਲੰਗਰ ਔਨ ਵੀਲਸ ਵਾਸਤੇ ਹੁੰਦੀ ਆ, ਤਾਂ ਕਿ ਅਸੀਂ ਮਤਲਬ ਕਿ ਲੋਕਾਂ ਨੂੰ, ਕਈ ਵਾਰੀ ਸਾਡੀਆਂ ਇੱਥੇ ਫੈਮਿਲੀਜ਼ ਆ ਜਿਹੜੀਆਂ ਸਾਨੂੰ ਜਾਣਦੀਆਂ, ਉਹਨਾਂ ਦੇ ਬੱਚਿਆਂ ਦੇ ਜਨਮ ਦਿਨ ਹੁੰਦੇ ਆ ਤੇ ਉਹ ਕਹਿੰਦੇ ਆ ਵੀ ਅੱਜ ਦਾ ਜਿੰਨਾ ਵੀ ਤੁਹਾਡਾ ਪੂਰੇ ਦਿਨ ਦਾ ਖਰਚਾ ਆਇਆ ਉਹ ਸਾਡੇ ਵੱਲੋਂ ਆ। ਸੋ ਯਾਨੀ ਉਹ 200 ਮੀਲਸ ਦਾ ਜਿੰਨਾ ਖਰਚਾ ਆਉਂਦਾ ਉਹਨੇ ਪੈਸੇ ਉਹ ਡੋਨੇਟ ਕਰ ਦਿੰਦੇ ਆ। ਇਸ ਤਰ੍ਹਾਂ ਵੀ ਹੋ ਸਕਦਾ। ਕਈ ਜਿਹੜੀਆਂ ਵੱਡੇ ਬਿਜ਼ਨਸਿਸ ਹੈਗੇ ਆ, ਉਹਨਾਂ ਨੇ ਤਾਂ ਮਹੀਨੇ ਦਾ ਬੰਨਿਆ ਹੋਇਆ ਵੀ ਇੰਨੇ ਅਸੀਂ ਤੁਹਾਨੂੰ ਹਰ ਮਹੀਨੇ ਤੁਹਾਨੂੰ ਬਸ ਤੁਸੀਂ ਸਾਡੇ ਉਹਦੇ ਤੋਂ ਕੱਢੀ ਚੱਲੋ ਅਕਾਊਂਟ ਚੋਂ। ਪਰ ਇਹ ਡਾਇਰੈਕਟਡ ਟੁਵਾਰਡਸ ਲੰਗਰ ਔਨ ਵੀਲਸ ਆ। ਕਈ ਬੰਦਿਆਂ ਨੇ ਸਾਨੂੰ ਡੋਨੇਸ਼ਨ ਕਰਦੇ ਆ, ਉਹ ਡਾਇਰੈਕਟਡ ਟੁਵਾਰਡਸ ਡੋਮੈਸਟਿਕ ਵਾਇਲੈਂਸ ਦੇ ਥੱਲੇ ਆ, ਉਹਨਾਂ ਨੇ ਡੋਮੈਸਟਿਕ ਵਾਇਲੈਂਸ ਥੱਲੇ ਕਰਨਾ। ਸੋ ਹਰ ਇੱਕ ਬੰਦੇ ਦਾ ਡਿਫਰੈਂਟ ਅਪਰੋਚ ਆ, ਉਹਨਾਂ ਨੇ ਕਿੱਥੇ ਡੋਨੇਟ ਕਰਨੀ ਆ ਉਹ ਦੱਸ ਵੀ ਸਕਦੇ ਆ। ਤੇ ਕਈ ਹੁੰਦੇ ਆ ਉਹ ਕਹਿੰਦੇ ਵੀ ਅਸੀਂ ਡੋਨੇਟ ਕਰਨਾ, ਤੁਸੀਂ ਜਿੱਥੇ ਮਰਜ਼ੀ ਜ਼ਰੂਰਤ ਸਮਝ ਕੇ ਤੇ ਉੱਥੇ ਲਾ ਲਓ। ਸੋ ਇਸ ਤਰ੍ਹਾਂ ਕਰਕੇ ਆਪਾਂ ਜਾਣੀ ਰਲ ਮਿਲ ਕੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਯੂਥ ਹੈਗਾ ਆਪਣਾ, ਉਹਦੇ ਥਰੂ, ਕਿਉਂਕਿ ਅੱਜ ਕੱਲ੍ਹ ਯੂਥ ਮੀਡੀਆ 'ਚ ਵੀ ਬਹੁਤ ਕ੍ਰੀਏਟਿਵ ਆ। ਕੁਐਸਚਨ ਹੈਗਾ ਕਿ ਉਹਨਾਂ ਨੂੰ ਪੋਜ਼ਿਟਿਵ ਆਪਾਂ ਕ੍ਰੀਏਟਿਵਿਟੀ ਕਿਵੇਂ ਸ਼ੋਅ ਕਰ ਸਕਦੇ ਹਾਂ। ਕਿਉਂਕਿ ਜਦ ਤੱਕ ਆਪਾਂ ਪੋਜ਼ਿਟਿਵ ਪਲੇਟਫਾਰਮ ਹੀ ਨਹੀਂ ਦਿੰਦੇ, ਇਕੱਲੇ ਆਪਾਂ ਇਹੀ ਕ੍ਰਿਟਿਸਿਜ਼ਮ ਕਰੀ ਜਾਈਏ ਕਿ ਯੂਥ ਦੇ ਗਾਣੇ ਨਹੀਂ ਚੰਗੇ, ਉਹਨਾਂ ਦੀਆਂ ਲਿਰਿਕਸ ਨਹੀਂ ਚੰਗੀਆਂ, ਇਹ ਵੀ ਕੋਈ ਚੰਗੀ ਗੱਲ ਨਹੀਂ ਗੀ। ਆਪਾਂ ਨੂੰ ਪੋਜ਼ਿਟਿਵ ਅਲਟਰਨੇਟਿਵ ਦੇਵਾਂਗੇ ਤਾਂ ਯੂਥ ਪੋਜ਼ਿਟਿਵ ਗਾਣੇ ਵੀ ਲਿਖੂਗਾ, ਪੋਜ਼ਿਟਿਵ ਕਾਈਂਡ ਆਫ ਥਿੰਗ। ਹੁਣ ਜਿਵੇਂ ਇੰਡੀਅਨ ਫਾਰਮਰਸ ਪ੍ਰੋਟੈਸਟ ਸੀਗਾ, ਉੱਥੇ ਦੇਖੋ ਕਿਵੇਂ ਲੋਕਾਂ ਨੇ ਵਧੀਆ ਗਾਣੇ ਵੀ ਲਿਖੇ, ਵਧੀਆ ਵੀ ਸੌਂਗਸ ਕੀਤੇ, ਰਾਈਟ।
ਤੇ ਜੇ ਬਿਲਕੁਲ। ਉਹ ਨਾ ਹੁੰਦੀ ਤਾਂ ਮੈਨੂੰ ਲੱਗਦਾ ਫਿਰ ਬਹੁਤਿਆਂ ਨੇ ਦੂਸਰੇ ਗਾਣੇ ਲਿਖਣੇ ਸੀ ਜਿਹੜੇ ਨਹੀਂ ਚੰਗੇ। ਸੋ ਉਸ ਸੈਂਸ ਦੇ ਵਿੱਚ ਮੇਰੇ ਖਿਆਲ 'ਚ ਡਾਇਰੈਕਸ਼ਨ ਦੇਣੀ ਬਹੁਤ ਜ਼ਰੂਰੀ ਆ। ਜੀ, ਵੇ ਹੁੰਦਾ, ਇੱਕ ਵੇ ਆਫ ਟਾਕਿੰਗ ਹੁੰਦੀ ਹੈ, ਵੇ ਆਫ ਲਿਸਨਿੰਗ ਵੀ ਹੁੰਦੀ ਹੈ, ਤੇ ਸਮਝਾਉਣ ਦਾ ਵੀ ਇੱਕ ਤਰੀਕਾ ਹੁੰਦਾ ਕਿ ਜੇ ਅਸੀਂ ਪੋਜ਼ਿਟਿਵ ਵੇ ਦੇ ਨਾਲ ਕੰਮ ਕਰੀਏ ਤਾਂ ਸਾਰਾ ਕੁਝ ਪੋਸੀਬਲ ਹੋ ਜਾਂਦਾ, ਕਿਉਂਕਿ ਇੰਪੋਸੀਬਲ ਵੀ ਆਪਦੇ ਆਪ ਦੇ ਵਿੱਚ ਆਈ ਐਮ ਪੋਸੀਬਲ ਹੈਗਾ ਆ। ਜਿੱਥੇ ਰਹੀ ਦਸਵੰਧ ਦੀ ਗੱਲ, ਤਾਂ ਸਾਡੇ ਗੁਰੂਆਂ ਨੇ ਵੀ ਸਿਖਾਇਆ ਕਿ ਦਸਵੰਧ ਕੱਢਣਾ ਚਾਹੀਦਾ, ਤੇ ਸਾਡੀ ਕਮਿਊਨਿਟੀ ਦਸਵੰਧ ਦੇ ਲਈ, ਹੋਰਾਂ ਲੋਕਾਂ ਦੀ ਹੈਲਪ ਦੇ ਲਈ ਜਿਹੜੀ ਹੈ ਹਮੇਸ਼ਾ ਅੱਗੇ ਆਉਂਦੀ ਹੈ। ਤੇ ਤੁਹਾਡੀ ਸੰਸਥਾ ਜਿਹੜੀ ਹੈਗੀ ਹੈ ਬਹੁਤ ਵਧੀਆ ਕੰਮ ਕਰ ਰਹੀ ਹੈਗੀ ਹੈ, ਤੇ ਉਮੀਦ ਕਰਦੇ ਹਾਂ ਕਿ ਹੋਰ ਜਿਹੜੇ ਟੌਪਿਕ ਹੈਗੇ ਆ ਉਹਨਾਂ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਜਿਹੜੀ ਹੈ ਸੰਖੇਪ ਦੇ ਵਿੱਚ ਹੋਇਆ ਕਰੇਗੀ। ਬਹੁਤ ਜੇ ਇਲੈਬੋਰੇਟ ਕਰਕੇ ਅਸੀਂ ਇੱਕ ਟੌਪਿਕ ਨੂੰ ਲੈ ਕੇ ਆਇਆ ਕਰਾਂਗੇ, ਜੇ ਅੱਗੇ ਆਪਣਾ ਸਾਥ ਬਣਦਾ ਤਾਂ। ਨਾਲ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਜਦੋਂ ਇਸ ਆਰਗੇਨਾਈਜੇਸ਼ਨ ਦੀ ਗੱਲ ਕਰਦੇ ਹਾਂ ਕਿ ਆਰਗੇਨਾਈਜੇਸ਼ਨ ਇੰਨਾ ਵਧੀਆ ਕੰਮ ਕਰ ਰਹੀ ਹੈ, ਜਿੱਥੇ ਉਹ ਸੀਨੀਅਰਸ ਦਾ ਧਿਆਨ ਰੱਖ ਰਹੀ ਹੈ, ਉੱਥੇ ਯੂਥ ਨੂੰ ਵੀ ਇਨਵੋਲਵ ਕਰ ਰਹੀ ਹੈ, ਔਰਤਾਂ ਵਿਮਨਸ ਦੀਆਂ ਗੱਲਾਂ ਵੀ ਕਰ ਰਹੀ ਹੈ, ਉਹਨਾਂ ਨੂੰ ਜੋ ਵਾਇਲੈਂਸ ਦਾ ਜਾਂ ਜੋ ਦੁੱਖ ਦਾ ਸਾਹਮਣਾ ਕਰਨਾ ਪੈਂਦਾ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਫੈਮਲੀਜ਼ ਨੂੰ ਇਕੱਠੇ ਲੈ ਕੇ ਆ ਰਹੀ ਹੈਗੀ ਹੈ। ਸੋ ਕੀ ਕਹਿਣਾ ਚਾਹੋਗੇ ਵਿਊਅਰਸ ਨੂੰ, ਕੀ ਮੈਸੇਜ ਅੱਜ ਦੇ ਲਈ? ਮੈਸੇਜ ਅਰਸ਼ਦੀਪ ਬੇਟੇ ਆਪਣਾ ਇਹ ਆ ਕਿ ਆਪਾਂ ਕਿਸ ਤਰੀਕੇ ਨਾਲ ਕੁਝ ਇਸ ਤਰੀਕੇ ਦਾ ਸਮਾਜ ਛੱਡ ਕੇ ਜਾਈਏ ਕਿ ਜਿਹੜੀਆਂ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਆ ਉਹ ਆਪਣੇ ਤੇ ਪ੍ਰਾਊਡ ਮਹਿਸੂਸ ਕਰਨ ਕਿ ਹਾਂ ਸਾਡੇ ਬਜ਼ੁਰਗ, ਜਿਵੇਂ ਆਪਾਂ ਨੂੰ ਬੜਾ ਪ੍ਰਾਊਡ ਮਹਿਸੂਸ ਹੁੰਦਾ ਜਦੋਂ ਆਪਾਂ ਗਦਰੀ ਬਾਬਿਆਂ ਦੀ ਗੱਲ ਕਰਦੇ ਹਾਂ, ਜਦੋਂ ਆਪਾਂ ਪਹਿਲੇ ਪਾਇਨੀਅਰਸ ਦੀ ਗੱਲ ਕਰਦੇ ਹਾਂ, ਕਿਸ ਤਰੀਕੇ ਨਾਲ ਉਹਨਾਂ ਨੇ ਆ ਕੇ ਵੈਨਕੂਵਰ ਦੇ ਵਿੱਚ ਮਿਹਨਤ ਕਰਕੇ ਆਪਣੇ ਪੈਰ ਲਾਏ, ਕਿੰਨੀਆਂ ਮੁਸ਼ਕਲਾਂ ਦੇ ਵਿੱਚ ਉਹਨਾਂ ਨੂੰ ਸਾਹਮਣਾ ਕਰਨਾ ਪਿਆ, ਪਰ ਉਹਨਾਂ ਨੇ ਮਿਹਨਤ ਨਹੀਂ ਛੱਡੀ। ਉਹ ਜਦੋਂ ਆਪਾਂ ਮਹਿਸੂਸ ਕਰਦੇ ਹਾਂ, ਦੇਖਦੇ ਹਾਂ, ਉਹਨਾਂ ਤੋਂ ਪ੍ਰੇਰਨਾ ਲੈਂਦੇ ਹਾਂ, ਬਸ ਇਹੀ ਮੇਰਾ ਖਿਆਲ ਦੇ ਵਿੱਚ ਹੈਗਾ ਕਿ ਆਪਾਂ ਇਸ ਚੀਜ਼ ਨੂੰ ਕਦੇ ਨਾ ਭੁੱਲੀਏ ਕਿ ਆਪਾਂ ਹੁਣ ਕੈਨੇਡਾ ਦੇ ਵਿੱਚ ਵਸਦੇ ਹਾਂ, ਆਪਾਂ ਕੈਨੇਡਾ ਨੂੰ ਬੈਟਰ ਕਿਵੇਂ ਬਣਾ ਸਕਦੇ ਹਾਂ। ਜੇ ਆਪਾਂ ਇਸ ਚੀਜ਼ ਨੂੰ ਦੇਖਾਂਗੇ ਤਾਂ ਆਪਣਾ ਪਰਿਵਾਰ ਵੀ ਸੁਖੀ ਰਹੂਗਾ, ਆਪਾਂ ਵੀ ਸੁਖੀ ਰਵਾਂਗੇ, ਤੇ ਆਪਣੀ ਕਮਿਊਨਿਟੀ ਵੀ ਸੁਖੀ ਰਹੂਗੀ। ਥੈਂਕ ਯੂ ਜੀ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ। ਕਮਿਊਨਿਟੀ ਦੇ ਲਈ ਤੁਸੀਂ ਬਹੁਤ ਵਧੀਆ ਸਰਵਿਸਿਜ਼ ਦੇ ਰਹੇ ਹੋ। ਜਦੋਂ ਤੁਸੀਂ ਸਰੀ ਦੇ ਵਿੱਚ, ਜਦੋਂ ਤੁਸੀਂ ਕਿਹਾ ਪੌਜ਼ ਲੱਗ ਗਿਆ, ਤਾਂ ਅਸੀਂ ਕਿਹਾ ਹੁਣ ਦੁਬਾਰਾ ਕੋਵਿਡ ਜਾਏਗਾ ਤਾਂ ਫਿਰ ਤੁਸੀਂ ਸਰੀ ਦੇ ਵਿੱਚ ਵੀ ਆਓਗੇ, ਪਰ ਇਸ ਤਰ੍ਹਾਂ ਵਰਚੁਅਲ ਤੁਹਾਡੇ ਨਾਲ ਗੱਲਬਾਤ ਹੁੰਦੀ ਰਹੇਗੀ। ਆਪਣੀ ਸਿਹਤ ਦਾ ਰੱਖੋ ਧਿਆਨ, ਤੇ ਥੈਂਕ ਯੂ ਸੋ ਮਚ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਥੈਂਕ ਯੂ ਬੇਟੇ, ਥੈਂਕ ਯੂ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਬਲਦੇਵ ਮੁੱਤਾ, PCHS ਤੋਂ ਫਾਊਂਡਰ ਨੇ, CEO ਨੇ, ਤੇ ਬਹੁਤ ਸਾਰੀ ਕਮਿਊਨਿਟੀ ਨੂੰ ਨਾਲ ਜੋੜ ਰਹੇ ਨੇ। ਜਿਵੇਂ ਇਹਨਾਂ ਨੇ ਕਿਹਾ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਪਿੱਛੇ ਬਿਹਤਰ ਸਮਾਜ, ਬਿਹਤਰ ਕਮਿਊਨਿਟੀ ਹੈ ਜਿਹੜੀ, ਉਹ ਛੱਡ ਕੇ ਜਾਈਏ। ਇਹਨਾਂ ਦੀਆਂ ਸਰਵਿਸਿਜ਼ ਦੇ ਲਈ ਇਹਨਾਂ ਦੀ ਵੈਬਸਾਈਟ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ, ਇਹਨਾਂ ਦੇ ਨੰਬਰਸ ਨੇ, ਉਹਨਾਂ ਤੇ ਕਾਲ ਕਰ ਸਕਦੇ ਹੋ। ਜੇ ਕਿਸੇ ਵੀ ਤਰ੍ਹਾਂ ਦੀ ਹੈਲਪ ਚਾਹੀਦੀ ਹੈ, ਬਰੈਂਪਟਨ ਏਰੀਆ ਦੇ ਵਿੱਚ ਚਾਹੀਦੀ ਹੈ, ਕੈਲਗਰੀ ਦੇ ਵਿੱਚ ਚਾਹੀਦੀ ਹੈ, ਤਾਂ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ। ਟਾਈਮ ਟੂ ਟਾਈਮ ਇਹਨਾਂ ਦੇ ਨਾਲ ਗੱਲਬਾਤ ਹੁੰਦੀ ਰਹੇਗੀ। ਇਨਫੋਰਮੇਸ਼ਨ ਅਸੀਂ ਤੁਹਾਡੇ ਤੱਕ ਇਸ ਤਰ੍ਹਾਂ ਹੀ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ FYI ਮੀਡੀਆ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।